ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੈਲੋਂ ਸਹਿਤ ਮਹੀਰ ਵਿਸਾਲਾ ਆਨ ਸਿਵਰ ਸਭ ਹੁੰਦੈ ਕਾਲਾ। ਸਤਿਗੁਰ ਬੈਠੇ ਸਹਿਜ ਸੁਭਾਏ। ਏਕ ਸਿੰਘ ਔਰ ਬੀਜ ਬਟਾਏ। ਸੈਨਾ ਸਹਿਤ ਵਹੀਰ ਵਿਸਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਹਾਂ ਗੁਰੂ ਹਾਜ਼ਰ ਹਜ਼ੂਰ ਸਭ ਕਲਾ ਵਰਤੂ। ਪਤ ਪਾਵਨ ਭਗਤ ਵਚਨ ਅੰਤਰਜਾਮੀ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਂ ਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਵਿੱਚ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਗੁਰੂ ਕੀ ਕਾਂਸ਼ੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੋਂ ਮਹਾਰਾਜ ਦਰਸ਼ਨ ਨੂੰ ਜਾਦੇ ਪਾਏ ਹਨ। ਔਰ ਸਤਿਗੁਰੂ ਜੀ ਦੇ ਨਾਲ ਅਨੇਕਾਂ ਸਿੰਘ ਗੁਰੂ ਦੀ ਫੌਜ ਜਾ ਰਹੀ ਹੈ। ਮਹਾਰਾਜ ਸਾਹਿਬ ਜੀ ਨੇ ਪਹਿਲਾ ਪੜਾਅ 7 ਕੋਹਾਂ ਦੀ ਦੂਰੀ ਤੇ ਕੀਤਾ ਹੈ। ਇਸੇ ਤਰ੍ਹਾਂ ਅੱਗੇ ਹੋਰ ਵੱਖ-ਵੱਖ ਥਾਵਾਂ ਤੇ ਪੜਾਅ ਕਰਦੇ ਹੋਏ ਹਨ। ਮਹਾਰਾਜ ਸਰਸੇ ਸ਼ਹਿਰ ਦੇ ਵਿੱਚ ਪਹੁੰਚੇ ਹਨ। ਸਰਸੇ ਨਗਰ ਦੇ ਵਿੱਚ ਉੱਥੇ ਪੜਾਅ ਕੀਤਾ ਗਰੀਬ ਨਵਾਜ ਸਾਹਿਬ ਜੀ ਨੇ। ਔਰ ਇਸੇ ਤਰ੍ਹਾਂ ਉੱਥੇ ਜੋ ਮਹਾਰਾਜ ਸਾਹਿਬ ਜੀ ਨੇ ਜੋ ਬਹੁਤ ਕੀਤੇ। ਇੱਥੋਂ ਹੀ ਰਾਤ ਨੂੰ ਫਿਰ ਭਾਈ ਲਾਲ ਸਿੰਘ
ਤੇ ਇਸੇ ਤਰ੍ਹਾਂ ਭਾਈ ਘਰਵਾਰੀ ਸਿੰਘ, ਦਰਬਾਰੀ ਸਿੰਘ, ਹੋਰ ਕੁਝ ਬੈਰਾਗ ਉਹ ਰਾਤ ਨੂੰ ਹੀ ਇੱਥੋਂ ਭੱਜ ਗਏ ਸਨ ਵਾਪਸ। ਤਾਂ ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਫਿਰ ਇੱਥੋਂ ਮਹਾਰਾਜ ਸਾਹਿਬ ਜੀ ਸਰਸੇ ਤੋਂ ਅੱਗੇ ਅਗਲੇ ਦਿਨ ਚਾਲੇ ਪਾਏ। 12 ਕੋਹ ਦਾ ਪੈਂਡਾ ਤੈਅ ਕਰਕੇ ਤਾਂ ਨੌਹਰ ਨਾਮ ਦੇ ਨਗਰ ਦੇ ਵਿੱਚ ਮਹਾਰਾਜ ਸਾਹਿਬ ਜੀ, ਨੌਹਰ ਸ਼ਹਿਰ ਦੇ ਵਿੱਚ, ਇਸ ਵੱਡੇ ਨਗਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਾ ਕੇ ਪੜਾਅ ਕੀਤਾ ਹੈ। ਇੱਥੋਂ ਦੀ ਸਾਧ ਸੰਗਤ ਜੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਗੁਰੂ ਜੀ ਦਾ ਇਤਿਹਾਸ ਸਰਵਣ ਕੀਤਾ ਹੈ। ਇਹ ਨੌਹਰ ਨਾਮੀ ਨਗਰ ਦੇ ਵਿੱਚ ਮਹਾਰਾਜ ਸਾਹਿਬ ਜੀ ਜਿਵੇਂ ਪਹੁੰਚਦੇ ਹਨ, ਜੋ ਬਹੁਤ ਵੱਡਾ ਇਹ ਨੌਹਰ ਨਾਮੀ ਨਗਰ ਹੈ, ਜੋ ਸਰਸੇ ਤੋਂ ਅੱਗੇ ਜਾ ਕਰਕੇ ਪੈਂਦਾ ਹੈ। ਉਹ ਜਿਸ ਥਾਂ ਤੇ ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਅੱਜ ਕੱਲ੍ਹ ਉੱਥੇ ਗੁਰਦੁਆਰਾ ਸਾਹਿਬ ਸੋਭਨੀਕ ਹੈ, ਸ਼ੀਨ ਤਲਾਈ ਦੇ ਵਾਲੇ ਸਥਾਨ ਤੇ, ਜਿੱਥੇ ਗੁਰੂ ਸਾਹਿਬ ਜੀ ਨੇ ਮੁਕਾਮ ਕੀਤਾ ਸੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆ ਸ਼ਰਧਾ ਭਾਵਨਾ ਸਾਹਿਬ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਜੀ ਜਿਸ ਵੇਲੇ ਇਹ ਨੌਹਰ ਨਾਮੀ ਨਗਰ ਦੇ ਪਾਸ ਪਹੁੰਚੇ ਹਨ, ਆਪਣੀ ਬੇਅੰਤ ਫੌਜ ਦੇ ਸਮੇਤ ਸਤਿਗੁਰੂ ਜੀ ਦਾ ਦਲ ਵੀਰ ਵੱਡੀ ਗਿਣਤੀ ਵਿੱਚ ਹੈ। ਆ ਕਰਕੇ ਸਾਰਿਆਂ ਨੇ ਇੱਥੇ ਪੜਾਅ ਕੀਤਾ ਹੈ। ਸਾਰੀ ਫੌਜ, ਸਾਰਾ ਦਲ ਵੀਰ ਮਹਾਰਾਜ ਜੀ ਦਾ ਪਹੁੰਚ ਗਿਆ ਹੈ। ਸਤਿਗੁਰੂ ਬੈਠੇ ਸਹਿਜ ਸੁਭਾਏ। ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਸਹਿਜ ਸੁਭਾਅ ਆਪਣੇ ਪੜਾਅ ਤੇ, ਜਿੱਥੇ ਮਹਾਰਾਜ ਸਾਹਿਬ ਜੀ ਦੀ ਫੌਜ ਨੇ ਪੜਾਅ ਲਾਇਆ ਹੈ, ਆਪਣੇ ਆਸਣ ਤੇ ਬੈਠੇ ਹਨ। ਆਪਣੇ ਇੱਕ ਪ੍ਰੇਮੀ ਸਿੰਘ ਨੂੰ ਮਹਾਰਾਜ ਸਾਹਿਬ ਜੀ ਨੇ ਇਸ ਨੌਹਰ ਨਾਮੀ ਨਗਰ ਦੇ ਵਿੱਚ ਭੇਜਿਆ ਹੈ। ਕਿਸ਼ਨ ਲਾਲ ਗਰੀਬ ਨਵਾਜ ਕਹਿਣ ਲੱਗੇ ਕਿ ਇਸ ਥਾਂ ਤੇ ਕਿਸ਼ਨ ਲਾਲ ਨਾਮ ਦਾ ਬ੍ਰਾਹਮਣ ਹੈ, ਪੰਡਤ ਹੈ, ਉਸ ਦਾ ਇਸ ਨਗਰ ਦੇ ਵਿੱਚ ਘਰ ਹੈ। ਇਸ ਨਗਰ ਦੇ ਵਿੱਚ ਕਿਸ਼ਨ ਲਾਲ ਨਾਮੀ ਪੰਡਤ ਰਹਿੰਦਾ ਹੈ। ਮਾਰੇ ਕਹਿਣ ਲੱਗੇ ਕਿ ਉਹਨੂੰ ਬੁਲਾ ਕੇ ਲਿਆ, ਉਹਦੇ ਤੋਂ ਕੁਝ ਪੁੱਛਣਾ ਹੈ, ਸਾਨੂੰ ਕੋਈ ਕੰਮ ਹੈ ਉਸ ਪੰਡਤ ਦੇ ਨਾਲ। ਕਿਸ਼ਨ ਲਾਲ ਪੰਡਤ ਦੇ ਨਾਲ ਉਹਨੂੰ ਬੁਲਾ ਕੇ ਲਿਆ। ਦੇਖੋ ਗੁਰੂ ਸਾਹਿਬ ਜੀ ਦੀ ਅੰਤਰਜਾਮਤਾ। ਮਹਾਰਾਜ ਸਾਹਿਬ ਜੀ ਉੱਥੇ ਪੜਾਅ ਕੀਤਾ ਤੇ ਉਸਨੇ ਦੱਸਿਆ ਵੀ ਇਸ ਨਗਰ ਦੇ ਵਿੱਚ ਕਿਸ਼ਨ ਲਾਲ ਨਾਮ ਦਾ ਪੰਡਤ ਆ, ਕਿ ਉਸਨੂੰ ਬੁਲਾ ਕੇ ਲਿਆ। ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰਜਾਮੀ ਜਾਣੈ। ਤਾਂ ਲਿਪੜਾ ਕਰਕੇ ਕੁਝ ਸਮਾਂ ਹੀ ਬੈਠਿਆਂ ਨੂੰ ਹੋਇਆ ਵਾ ਤੇ ਮਾਰੇ ਕਹਿਣ ਲੱਗੇ ਕਿਸ਼ਨ ਲਾਲ ਬ੍ਰਾਹਮਣ ਨੂੰ ਸੱਦ ਕੇ ਲਿਆਓ, ਉਹਦੇ ਤੋਂ ਕੁਝ ਪੁੱਛਣਾ, ਸਾਨੂੰ ਕੋਈ ਕੰਮ ਹੈ। ਗਰੀਬ ਨਵਾਜ ਕਹਿਣ ਲੱਗੇ ਉਹ ਕਿਸ਼ਨ ਲਾਲ ਜੋਤਿਸ਼ ਵਿਦਿਆ ਬੜੀ ਪੜ੍ਹਿਆ ਹੋਇਆ ਤੇ ਜੋਤਿਸ਼ ਵਿਦਿਆ ਵਿੱਚ ਬੜਾ ਸਿਆਣਾ ਹੈ, ਚਤੁਰ ਹੈ। ਉਂਝ ਗੁਰੂ ਸਾਹਿਬ ਜੀ ਦਾ ਕੋਈ ਤਾਲੁਕ ਨਹੀਂ ਹੈ ਜੋਤਿਸ਼ ਵਿਦਿਆ ਦੇ ਨਾਲ। ਮਹਾਰਾਜ ਸਾਹਿਬ ਦੇ ਆਪ ਸਭ ਕੁਝ ਜਾਣਦੇ। ਜੋਤਿਸ਼ ਵਿਦਿਆ ਉਦੋਂ ਦੀ ਕਿਤੇ ਤੱਕ ਪਹੁੰਚ ਸਕਦੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦ੍ਰਿਸ਼ਟੀ ਪਹੁੰਚਦੀ, ਜਿੱਥੋਂ ਤੱਕ। ਪਰ ਸਤਿਗੁਰੂ ਸਾਹਿਬ ਦੀ ਮੌਜ ਦੇ ਮਾਲਕ ਆ, ਕੋਈ ਨਾ ਕੋਈ ਬਹਾਨਾ ਬਣਾਉਂਦੇ ਜਦੋਂ ਕਿਸੇ ਦਾ ਭਲਾ ਕਰਨਾ ਹੁੰਦਾ, ਕਿਸੇ ਦੀ ਕਲਿਆਣ ਕਰਨੀ ਹੁੰਦੀ। ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕੋਈ ਨਾ ਕੋਈ ਬਹਾਨਾ ਬਣਾ ਕਰਕੇ ਜਦੋਂ ਜੀਵਾਂ ਦੀ ਕਲਿਆਣ ਕਰਨੀ, ਭਾਈ ਮਰਦਾਨਾ ਜੀ ਦਾ ਹੀ ਬਹਾਨਾ ਬਣਾ ਲਿਆ ਕਰਦੇ ਸਨ।
कई बार भुख लग जाती, भाई मरदाना जी को प्रशादा छकण के बहाने जाते, उत्थे ही कोई ऐसा कौत करा देंगे तो फिर कई उपदेश दे के दर्शन दे के निहाल कर। इसे तरह ही इत्थे महाराज साहब ते गुरु साहब जी ने तो अपनी बाणी के विच फरमाया है, कलगीधर पातशाह जी ने गरीब नवाज साहब कहते आ बिन एक नाम एक चित लीन, फोकटो सर्व धर्मा बहीन, फोकट कर्म लखै सब धर्मा, इनते सरद न को कर्मा। इसे तरह भाई गुरदास साहब जी गुरु के प्यारे सिख कि उन्होंने भी आख्या कि पूछत न जोत के अभेद थित वार, कछ ग्रह नक्षत्र की न शंका और धारी है। कि गुरु का सिख ना किसी ज्योतिषी को पुछता है, ना किसी थितवार की विचार करता है, ना ग्रह नक्षत्र की शंका हिरदे च धारदा। जिहड़ा गुरु का सिख है वो तो गुरु साहब जी के चरणों का उल्टा आसरा लेंदा। जो गुरु का सिख नहीं ज्योतिषी को पुछदा तो गुरु ने की पुछना। पर एक औत कला महाराज साहब जी का सतगुरु कहन लगे कि किशन लाल नामी जिहड़ा पंडित है ना, उन्होंने बुला के लियाओ, वो ज्योतिष विद्या बहुत प्रवीण है। उंज ज्योतिष एक विद्या है, एक पढ़ाई है, जिवें बाकी सारिया विद्या हैं पढ़ाइयां हैं, डॉक्टरी की भी विद्या होती, इस तरह वैदिक की भी, हकीमी की भी विद्या होती है, दवाइयां की जड़ियां बूटियां की जानकारी। इस तरह ग्रह नक्षत्रों की भी एक विद्या तो है, विद्या तो नहीं मुनकर होया जा सकता, एक विद्या है, उसकी पढ़ाई है। पर महाराज साहब जी ने सीधा संबंध गुरु साहब जी के नाल जोड़िया कि इन्हां तो अगे तुसीं चलो। तो इस तरह वो ज्योतिष विद्या के विच प्रवीण है, सियाणा कलगीधर पातशाह कहन लगे उस पंडित नूं बुला के लियाओ। ते नाले भी दस दिता कि ये नौहर नामी नगर दे पूर्व की दिशा दे विच उसका घर है, पंडित किशन लाल दा। महाराज साहब जी की आज्ञा सुन के तत्क्षण उस वेले वो महाराज का सिख गया है, जा करके उस किशन लाल नामी ज्योतिषी के घरे पहुंचया। उसनों दसिया कि सतगुरु जी तेन बुलाते आ, कि वो किशन लाल नामी ज्योतिषी नूं बुला लिया है। ब्राह्मणों को पंडितों का सुभाव ही होंदा वा, वो अपने आप को सारियां दे गुरु कहाउंदे ते उन्हें आउंदियां सार आशीर्वाद दित्ती है। वो आशीर्वाद लेंदे नहीं, वो देंदे है आशीर्वाद। वो समझते भी आपां वड्डे आ सब नालों। पर भगत कबीर साहब जी ने कह दिता, कबीर बामण गुरु है जगत का, भगतन का गुर ना है, अर्ज उर्ज कै पाठ हुआ चारों वेदों मार। कि वो जगत का गुरु तो हो सकता है, पर भगतां का गुरु नहीं है। भगतां का गुरु नहीं तो गुरु साहब का किवें हो। पर उन्हें अपने सुभाव मुताबक आ करके असीस दी है। असीस अपने सुभाव के मुताबिक आशिक बाद दीन ढिग पैसा ते पास बैठ गया है। इस तरह मिलया जिवें पहला भी मिलया हो। उंज जदों महाराज साहब जी श्री पटना साहब तो आए सी, उस मौके ते भी मिलया सी, इन्हें गुरु साहब का दर्शन किया। तो इस तरह मिलया जिवें पहला भी मिलया होवे। ते सतगुरु जी ने उस मौके ते बचन किया है, कहन लगे पंडित जी ज्योतिषी जी कि तुसीं पछाणो भी असीं की तुहानूं पुछना चाहुंदे हां। महाराज कहंदे कि लाओ अपना टेवा टूवा कि असीं किहड़ा तुहाडे तो प्रश्न करके पुछना चाहुंदे हां। ते पंडित जी दसो कि किवें तुहानूं बुलाया वा, ये जान के सानूं दसो। ते सतगुरु महाराज साहब जी तो ये बचन सुन करके फिर पंडित किशन लाल ने अपने लगन की विचार की है। ते उस वेले सो बड़ी ते निर्मल ग्रह नूं निर्णय किया है
ਗ੍ਰਹਿਆਂ ਦਾ ਬਲ ਪਿਆ ਕਿ ਬਲ ਘਟਿਆ ਆਦਿ ਵਿਚਾਰ ਕੀਤੀ ਹੈ। ਮੂਕ ਪ੍ਰਸ਼ਨ ਕੋ ਭਲੇ ਪਛਾਨਾ। ਮੂਕ ਪ੍ਰਸ਼ਨ ਹੁੰਦਾ ਵੀ ਜਿਹੜਾ ਪੁੱਛਿਆ ਨਹੀਂ, ਉਹ ਪ੍ਰਸ਼ਨ ਜਿਹੜਾ ਬੋਲੇ ਤੋਂ ਬਿਨਾ ਮਨ ਵਿੱਚ ਕੀਤਾ ਜਾਵੇ। ਹੁਣ ਮਹਾਰਾਜ ਨੇ ਮੁੱਖ ਤੋਂ ਨਹੀਂ ਪ੍ਰਸ਼ਨ ਕੀਤਾ, ਇਹਨੂੰ ਆਖਿਆ ਕਿ ਪੰਡਤ ਦੱਸ ਅਸੀਂ ਕੀ ਤੈਨੂੰ ਪੁੱਛਣਾ ਚਾਹੁੰਦੇ ਹਾਂ, ਇਹ ਗੱਲ ਦੱਸ। ਤਾਂ ਇਹਨੇ ਉਸ ਮੂਕ ਪ੍ਰਸ਼ਨ ਨੂੰ ਹਿਰਦੇ ਦੇ ਵਿੱਚ ਭਲੀ ਪ੍ਰਕਾਰ ਪਛਾਣਿਆ ਹੈ। ਸਤਿਗੁਰ ਕੇ ਸੰਗ ਬਖਾਨਾ। ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਬਚਨ ਕੀਤਾ। ਕਹਿੰਦਾ ਮਹਾਰਾਜ ਤੁਹਾਡਾ ਇਹ ਸਵਾਲ ਹੈ, ਇਹ ਪ੍ਰਸ਼ਨ ਹੈ, ਇਹ ਮਨੋਰਥ ਹੈ ਆਪ ਜੀ ਦਾ। ਇਹ ਜੋ ਔਰੰਗਜ਼ੇਬ ਬਾਦਸ਼ਾਹ ਹੈ ਨਾ, ਤੁਰਕੇਸ਼ਰ ਤੁਰਕਾਂ ਦਾ ਬਾਦਸ਼ਾਹ, ਉਹਨੂੰ ਮਿਲਣ ਵਾਸਤੇ ਤੁਹਾਡਾ ਫੁਰਨਾ ਹੈ। ਫਿਰ ਦੂਜਾ ਮਹਾਰਾਜ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਪੰਡਤ ਜੀ ਫਿਰ ਦੱਸੋ ਵੀ ਉਸ ਔਰੰਗਜ਼ੇਬ ਦੇ ਨਾਲ ਸਾਡਾ ਜੋ ਮਿਲਾਪ ਹੈ। ਹਾਂ ਦੱਸੋ ਤੁਸੀਂ ਵੀ ਅਸੀਂ ਉਹਨੂੰ ਮਿਲਾਂਗੇ ਕਿ ਨਹੀਂ ਮਿਲਾਂਗੇ, ਸਾਡਾ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ। ਸਤਿਗੁਰੂ ਜਾਣਦੇ ਸਭ ਕੁਝ ਆਪ ਹੀ ਆ, ਪਰ ਉਤਰਾ ਹੀ ਮਹਾਰਾਜ ਸਾਹਿਬ ਜੀ ਵੀ ਕਹਿੰਦੇ ਜੋਤਿਸ਼ ਵਿਦਿਆ ਪੜ੍ਹਿਆ ਵਾ ਤੇ ਇਹਨੂੰ ਪੁੱਛ ਗਏ ਕਿ ਕਿੰਨੀ ਕੁ ਜਾਣਕਾਰੀ ਰੱਖਦਾ ਹੈ। ਕਈ ਵਾਰੀ ਪੁੱਛਣ ਵਾਸਤੇ, ਜਾਣਨ ਵਾਸਤੇ, ਉਸਦੀ ਮਹਾਰਾਜ ਸਾਹਿਬ ਬੋਧ ਕਰਨ ਵਾਸਤੇ। ਉਹ ਜਿਹਾ ਜਦੋਂ ਜਫਰਨਾਮਾ ਲਿਖ ਕੇ ਮਹਾਰਾਜ ਨੇ ਦੀਨਿਓ ਭੇਜਿਆ, ਉਦੋਂ ਹੀ ਕਹਿ ਦਿੱਤਾ ਸੀ ਪਿਆਰੇ ਦਇਆ ਸਿੰਘ ਨੂੰ ਵੀ ਇਹਨੂੰ ਪੜ੍ਹਦੇ ਆ, ਪੜ੍ਹਨ ਤੋਂ ਮਗਰੋਂ ਮਰ ਜਾਣਾ ਔਰੰਗਜ਼ੇਬ, ਮਿਲਣਾ ਤੇ ਕਿੱਥੇ ਉਹਦੇ ਨਾਲ ਮਿਲਾਪ ਕਿੱਥੇ ਹੋਣਾ। ਇਹ ਤਾਂ ਮਹਾਰਾਜ ਸਾਹਿਬ ਜੀ ਕੌਤਕ ਕਰ ਰਹੇ ਆ। ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਵੀ ਦੱਸ ਪੰਡਤ ਸਾਡਾ ਮਿਲਾਪ ਹੋਵੇਗਾ ਔਰੰਗਜ਼ੇਬ ਦੇ ਨਾਲ ਕਿ ਨਹੀਂ ਹੋਵੇਗਾ। ਤੇ ਫਿਰ ਆਪਣੀ ਵਿਦਿਆ ਦੀ ਵਿਚਾਰ ਕੀਤੀ ਹੈ, ਜੋਤਿਸ਼ ਗਣਿਤ ਵਿਦਿਆ ਨੂੰ ਵਿਚਾਰਿਆ ਹੈ ਪੰਡਤ ਨੇ। ਗ੍ਰਹਿਆਂ ਦੀ ਲਗਨਾਂ ਦੀ ਸਾਰੀ ਵਿਚਾਰ ਕੀਤੀ, ਨਿਰਣਾ ਕੀਤਾ ਹੈ। ਕਹਿੰਦਾ ਸ੍ਰੀ ਗੁਰੂ ਜੀ ਤੁਹਾਡਾ ਔਰੰਗਜ਼ੇਬ ਨਾਲ ਮੇਲ ਨਹੀਂ ਹੋਣਾ, ਤੁਸੀਂ ਔਰੰਗਜ਼ੇਬ ਨਾਲ ਨਹੀਂ ਮਿਲ ਸਕੋਗੇ। ਤੁਸੀਂ ਉਹਦੇ ਪਾਸ ਨਹੀਂ ਪਹੁੰਚੋਗੇ, ਕਿਉਂਕਿ ਤੁਹਾਡੇ ਪਹੁੰਚਣ ਤੋਂ ਪਹਿਲਾਂ ਉਹਨੇ ਮਰ ਜਾਣਾ ਹੈ, ਉਹਦੀ ਮੌਤ ਹੋ ਜਾਣੀ ਹੈ। ਪਰ ਉਸ ਦਾ ਪੁੱਤਰ ਜਿਹੜਾ ਹੈ ਬਹਾਦਰ ਸ਼ਾਹ, ਉਸ ਔਰੰਗਜ਼ੇਬ ਦਾ ਪੁੱਤਰ, ਉਹ ਬਹੁਤ ਦੀਨ ਹੋਵੇਗਾ, ਭਾਵ ਤੁਹਾਡੇ ਅੱਗੇ ਬਹੁਤ ਝੁਕੇਗਾ। ਇਹ ਮੈਂ ਮਨ ਵਿੱਚ ਜਾਣਿਆ ਹੈ, ਸਮਝਿਆ ਹੈ ਕਿ ਆਪ ਨੂੰ ਨਿਮਰਤਾ ਸਹਿਤ ਮਿਲੇਗਾ ਔਰੰਗਜ਼ੇਬ ਦਾ ਪੁੱਤਰ। ਇਸ ਤਰ੍ਹਾਂ ਇਹ ਬ੍ਰਾਹਮਣ ਦੇ ਜਿਹੜੇ ਬੋਲ ਹਨ ਸਤਿਗੁਰੂ ਜੀ ਨੇ ਜਾਣੇ ਹਨ, ਮਹਾਰਾਜ ਸਾਹਿਬ ਜੀ ਨੇ ਸੁਣੇ ਹਨ। ਮਹਾਰਾਜ ਇਸ ਪੰਡਤ ਦੇ ਉੱਤੇ ਖੁਸ਼ ਹੋ ਗਏ ਕਿ ਇਹਨੇ ਵਿਦਿਆ ਪੜ੍ਹੀ ਆ। ਵੀ ਕਈ ਤੇ ਇਹਨੇ ਦੁਕਾਨਾਂ ਖੋਲ ਕੇ ਬੈਠੇ ਹਨ, ਫਿਰ ਵੀ ਇਹਨੇ ਵਿਦਿਆ ਪੜ੍ਹੀ ਹੋਈ ਹੈ। ਕੋਈ ਵਿਰਲਾ ਹੁੰਦਾ ਜਿਹਨੇ ਪੜ੍ਹੀ ਵਿਦਿਆ, ਬਹੁਤਿਆਂ ਨੇ ਤੇ ਉਤਰਾ ਹੀ ਖੋਲੀਆਂ ਹੋਈਆਂ। ਉਹ ਇੰਝ ਲੋਕਾਂ ਨੂੰ ਦੱਸੀ ਜਾਂਦੇ ਆ, ਰਾਹੂ ਕੇਤੂ ਗਏ ਪੱਤਰੀ ਖੋਲਦੀ ਗਏ ਦਾ ਕੋਈ ਕਰਦਾ। ਉਹਨਾਂ ਤੇ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਬਣਾਇਆ ਹੁੰਦਾ ਧੰਦਾ। ਰਾਹੂ ਕੇਤੂ ਹੈ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰ ਮਾਰ ਲਿਆਵੇ ਛੇਤੀ। ਉਹ ਕਹਿੰਦੇ ਵੀ ਅਸੀਂ ਬੈਲ ਜੋ ਕੇ ਖੇਤੀ ਥੋੜਾ ਕਰਨੀ ਆ, ਸਾਡੀ ਇਹੋ ਖੇਤੀ ਆ। ਕਿਸੇ ਨੂੰ ਕਹਿ ਦਿੱਤਾ ਤੇਰੇ ਤੇ ਰਾਹੂ ਆ, ਕਿਸੇ ਨੂੰ ਕਹਿ ਦਿੱਤਾ ਤੇਰੇ ਤੇ ਕੇਤੂ ਆ, ਕਿਸੇ ਨੂੰ ਕਹਿ ਦਿੱਤਾ ਤੇਰੇ ਤੇ ਸ਼ਨੀਦੇਵ ਆ। ਲਿਆ ਭਾਈ 1100 ਲਿਆ, ਹੁਣ 1100 ਕਿੱਥੇ, ਹੁਣ ਤੱਕ 5200 11,000 21,000 ਤਾਂ ਤੇਰਾ ਕਹਿੰਦੇ ਵੀ ਉਹ ਪਾ ਕਰ ਦਾਂਗੇ। ਤਾਂ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਸਾਡੀ ਖੇਤੀ ਇਹੋ ਆ, ਅਸੀਂ ਹਲ ਥੋੜਾ ਵਾਹੁਣੇ ਆ, ਤੁਸੀਂ ਜ਼ਿਮੀਂਦਾਰਾਂ ਨੇ ਹਲ ਵਾਹੁਣੇ ਆ, ਸਾਡੀ ਇਹੋ ਹੀ ਆ। ਕਿਸੇ ਨੂੰ ਪੱਤਰੀ ਖੋਲ ਦਿੱਤੀ ਤੇ ਕਿਸੇ ਨੂੰ ਸ਼ਨੀ ਦੱਸ ਦਿੱਤਾ ਤੇ ਕਿਸੇ ਨੂੰ ਰਾਹੂ ਕੇਤੂ ਦੱਸ ਦਿੱਤਾ, ਕਿਸੇ ਨੂੰ ਕਹਿ ਦਿੱਤਾ ਤੇਰੇ ਤੇ ਸਾੜ ਸਤੀ ਰਾਹੂ ਕੇਤੂ ਹੈ ਬੈਲ ਹਮਾਰੇ, ਸਾੜ ਸਤੀ ਹੈ ਖੇਤੀ। ਕਹਿੰਦੇ ਸਾਡੀ ਖੇਤੀ ਸਾੜ ਸਤੀ, ਅਸੀਂ ਸਾੜ ਸਤੀ ਕਹਿ ਲਈਏ ਤੇ ਜਿੰਨੇ ਤੁਸੀਂ 6 ਮਹੀਨੇ ਚ ਬਣਾਉਣੇ ਅਸੀਂ ਇੱਕੇ ਤੋਂ ਬਣਾ ਲੈਂਦੇ, ਨਾ ਪਾਣੀ ਲਾਉਣਾ ਪਵੇ ਨਾ ਗੋਡੀ ਕਰਨੀ ਪਵੇ। ਤੇ ਪੱਤਰੀ ਹਮਾਰੀ ਵੱਡੀ ਸ਼ਿਕਾਰ ਨੇ, ਕਹਿੰਦੇ ਵੱਡਾ ਸ਼ਿਕਾਰ ਕਰਨਾ ਫਿਰ ਪੱਤਰੀ ਖੋਲ ਦੇਈ ਹੈ।
ਤੇ ਬਹੁਤੇ ਲੋਕ ਘਲਾਉਂਦੇ ਆ। ਅੱਜ ਕੱਲ੍ਹ ਤੇ ਲੋਕੀ ਵਿਆਹ ਵੀ ਪੱਤਰੀਆਂ ਘਲਾ ਕੇ ਕਰਦੇ, ਜਿਨ੍ਹਾਂ ਦਾ ਯਕੀਨ ਨਹੀਂ, ਜਿਨ੍ਹਾਂ ਦਾ ਭਰੋਸਾ ਨਹੀਂ। ਜਿਨ੍ਹਾਂ ਦਾ ਭਰੋਸਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਤੇ, ਉਹ ਕਹਿੰਦੇ ਅਸੀਂ ਕਿਉਂ ਜਾਣਾ ਪੰਡਤਾਂ ਦੇ ਕੋਲੇ, ਅਸੀਂ ਕਿਉਂ ਬ੍ਰਾਹਮਣਾਂ ਕੋਲੇ ਜਾਣਾ, ਅਸੀਂ ਤੇ ਮਹਾਰਾਜ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਾਰਜ ਰਸ ਕਰਾਂਗੇ। ਕੋਈ ਵਿੱਚ ਹੋਇਆ ਵੀ ਵਿਘਨ ਵੁਘਨ ਤੇ ਆਪੇ ਮਹਾਰਾਜ ਨੇ ਦੂਰ ਕਰ ਦੇਣਾ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਵਿਘਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਗੁਰੂ ਕੇ ਸਿੱਖ ਨਹੀਂ ਜਾਂਦੇ ਇਹਨਾਂ ਵਹਿਮਾਂ ਭਰਮਾਂ ਵਾਲੇ ਪਾਸੇ। ਤਾਂ ਮਹਾਰਾਜ ਸਾਹਿਬ ਜੀ ਇਸ ਨੂੰ ਸੁਣ ਕਰਕੇ, ਇਹਦੀ ਪਰਖ ਕਰਕੇ ਇਸ ਪੰਡਤ ਕਿਸ਼ਨ ਲਾਲ ਦੇ ਉੱਤੇ ਪ੍ਰਸੰਨ ਹੋਏ ਕਲਗੀਧਰ ਪਾਤਸ਼ਾਹ। ਕਰੇ ਹੋਏ ਲੋਕਨ ਤੇ ਜਿਸ ਕਾਲਾ, ਜਦੋਂ ਪ੍ਰਸੰਨ ਹੋ ਕਰਕੇ ਕਿਰਪਾ ਰਸ ਵਿੱਚ ਰਚੇ ਨਾ, ਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਰਸ ਵਿੱਚ ਆ ਕੇ, ਕਰੁਣਾ ਰਸ ਵਿੱਚ ਆ ਕੇ ਇਸ ਪੰਡਤ ਵੱਲੇ ਜਦੋਂ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਿਆ, ਕਰ ਦੀਨੋ ਸੋ ਵਿਪਰ ਨਿਹਾਲਾ, ਤੇ ਪੰਡਤ ਨੂੰ ਨਜ਼ਰੋ ਨਜ਼ਰ ਨਿਹਾਲ ਕਰ ਦਿੱਤਾ। ਮਹਾਰਾਜ ਸਾਹਿਬ ਜੀ ਦੀ ਮਿਹਰ ਸੀ, ਇਹਨੂੰ ਨਿਹਾਲ ਕਰਨਾ ਸੀ, ਤਾਂ ਇਹਨੂੰ ਬੁਲਾਇਆ ਕਿ ਇਹ ਗ੍ਰਹਿ ਨਛੱਤਰਾਂ ਦੀ ਵਿਚਾਰ ਹੀ ਇਹ ਕਰਦੇ ਆ ਕਿ ਸਾਰੀ ਜ਼ਿੰਦਗੀ ਲੰਘ ਚੱਲੀ ਆ, ਇਹਨੂੰ ਆਤਮ ਸਰੂਪ ਵਿਖਾਈਏ ਕਿ ਇਹ ਬਾਹਰਲੇ ਗਿਆਨ ਦੀ ਤੁਰਿਆ ਫਿਰਦਾ ਵਾ, ਬਾਹਰਲੀ ਜੋਤਿਸ਼ ਵਿਦਿਆ ਵਿੱਚ ਹੀ ਇਹਨੂੰ ਜਿਹੜਾ ਪਰਮਾਤਮਾ ਦੀ ਅੰਸ਼ ਹੈ, ਆਤਮ ਸਰੂਪ ਹੈ, ਉਹਦਾ ਦਰਸ਼ਨ ਕਰਾਈਏ, ਉੱਥੋਂ ਦੀ ਇਹਨੂੰ ਪਹੁੰਚਾਈਏ। ਤੇ ਮਹਾਰਾਜ ਨੇ ਮਿਹਰ ਦੀ ਨਿਗਾਹ ਜਦੋਂ ਕੀਤੀ ਆ ਪੰਡਤ ਕਿਸ਼ਨ ਲਾਲ ਦੇ ਉੱਤੇ, ਤੇ ਉਹਨੂੰ ਨਜ਼ਰੋ ਨਜ਼ਰੀ ਨਿਹਾਲ ਕਰ ਦਿੱਤਾ। ਕਰ ਦੀਨੋ ਸੋ ਵਿਪਰ ਨਿਹਾਲ, ਜਿਨ ਕੋ ਨਜ਼ਰ ਕਰਮ ਤੇ ਨਕਾਰ, ਨਾਨਕ ਨਦਰੀ ਨਜ਼ਰ ਨਿਹਾਲ। ਗਰੀਬ ਨਵਾਜ ਸਾਹਿਬ ਜੀ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਤੇ ਜੀ ਦਾਨ ਦੇ ਦਿੱਤਾ, ਨਿਹਾਲ ਕਰ ਦਿੱਤਾ। ਮਹਿਮਾ ਜਾਣਾ ਕਰਨ ਕਬ ਜਾ, ਉਸ ਵੇਲੇ ਮਹਿਮਾ ਜਾਣੀ ਆ ਕਿ ਮਹਾਰਾਜ ਸਾਹਿਬ ਜੀ ਦੀ ਤਾਂ ਦ੍ਰਿਸ਼ਟੀ ਵਿੱਚ ਹੀ ਇੰਨੀ ਤਾਕਤ, ਮੈਨੂੰ ਆਤਮ ਗਿਆਨ ਬਖਸ਼ ਦਿੱਤਾ। ਮਹਾਰਾਜ ਸਾਹਿਬ ਜੀ ਨੇ ਅੰਦਰ ਦਾ ਗਿਆਨ ਬਖਸ਼ ਦਿੱਤਾ, ਤੇ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਜਾਣ ਕੇ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਫਿਰ ਪੈਣਾ ਚਾਹਿਆ ਕਿ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਾਂ। ਅੰਦਰ ਭਾਵਨਾ ਪ੍ਰਗਟ ਹੋਈ, ਪਹਿਲਾਂ ਨਹੀਂ ਆ ਕੇ ਝੁਕਿਆ। ਹੁਣ ਜਦੋਂ ਮਹਾਰਾਜ ਸਾਹਿਬ ਜੀ ਨੇ ਅੰਦਰੋਂ ਨਿਹਾਲ ਕਰ ਦਿੱਤਾ ਨਾ, ਤਾਂ ਫਿਰ ਮਹਿਮਾ ਜਾਣ ਕੇ ਗੁਰੂ ਸਾਹਿਬ ਜੀ ਦੀ ਵੀ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਹੀ ਐਡੀ ਵੱਡੀ ਤਾਕਤ, ਜਿਹੜੀ ਬਾਹਰੋਂ ਕਿਤੋਂ ਹੋਰ ਕਿਸੇ ਵਿਦਿਆ ਤੋਂ ਪ੍ਰਾਪਤ ਨਹੀਂ ਹੋ ਸਕਦੀ। ਕਿ ਹੁਣ ਤੀਕ ਤਾਂ ਮੈਂ ਖਾਲੀ ਤੁਰਿਆ ਰਿਹਾ, ਸਿਰਫ ਟੇਵੇ ਟੂਵੇ ਹੀ ਲਾਉਂਦਾ ਰਿਹਾ। ਮਹਿਮਾ ਜਾਣ ਕੇ ਮਹਾਰਾਜ ਦੇ ਚਰਨਾਂ ਉੱਤੇ ਫਿਰ ਪੈਣਾ ਚਾਹਿਆ। ਪਰ ਮੌਜ ਦੇ ਮਾਲਕ ਆ ਸਤਿਗੁਰੂ, ਕਿਸੇ ਨੂੰ ਚਰਨਾਂ ਤੇ ਨਮਸਕਾਰ ਕਰ ਵੀ ਲੈਣ ਦਿੰਦੇ, ਕਿਸੇ ਨੂੰ ਹਟਾ ਦਿੰਦੇ। ਸਤਿਗੁਰੂ ਸਾਹਿਬ ਜੀ ਨੇ ਇਸ ਨੂੰ ਹਟਾ ਦਿੱਤਾ। ਵਿਦਵਾਨ ਤੇ ਐਸੇ ਮਹਾਰਾਜ ਨੇ ਇਹਦਾ ਆਦਮ ਰੱਖਦੇ ਹੋਏ ਗਰੀਬ ਨਵਾਜ ਨੇ ਨਿਹਾਲ ਤਾਂ ਉੱਚੀ ਕਰ ਦਿੱਤਾ, ਤੇ ਸਤਿਗੁਰੂ ਜੀ ਨੇ ਆਪਣੇ ਚਰਨਾਂ ਤੇ ਮੱਥਾ ਨਹੀਂ ਟੇਕਣ ਦਿੱਤਾ। ਫਿਰ ਬਹੁਤ ਪ੍ਰੇਮ ਵਿੱਚ ਭਰ ਕੇ ਇਹ ਨਿਹਾਲ ਹੋ ਕੇ ਪੰਡਤ ਨੇ ਹੱਥ ਜੋੜ ਕੇ ਸੀਸ ਝੁਕਾ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤਾਂ 2 ਘੜੀਆਂ ਹੀ ਆਪ ਜੀ ਦੀ ਸੰਗਤ ਕੀਤੀ। 24 ਮਿੰਟ ਦੀ ਘੜੀ ਹੁੰਦੀ ਹੈ, ਵੀ ਪੌਣਾ ਕੁ ਘੰਟਾ ਹੀ, 48 ਮਿੰਟ ਹੀ। ਮਹਾਰਾਜ ਮੈਂ ਤਾਂ 48 ਮਿੰਟ 2 ਘੜੀਆਂ ਹੀ ਆਪ ਜੀ ਦਾ ਦਰਸ਼ਨ ਕੀਤਾ, ਆਪ ਜੀ ਦੀ ਸੰਗਤ ਕੀਤੀ ਹੈ। ਤੇ ਮਹਾਰਾਜ ਆਪ ਜੀ ਨੇ ਵੱਡੀ ਖੁਸ਼ੀ ਦੇ ਨਾਲ ਮੈਨੂੰ ਕਰਤਾਰ ਕਰ ਦਿੱਤਾ, ਮੇਰਾ ਜੀਵਨ ਸਫਲ ਕਰ ਦਿੱਤਾ, ਮੈਨੂੰ ਨਜ਼ਰੋਂ ਨਜ਼ਰੀ ਨਿਹਾਲ ਕਰ ਦਿੱਤਾ, ਨਿਹਾਲੋ ਨਿਹਾਲ ਕਰ ਦਿੱਤਾ ਆਪ ਜੀ ਨੇ। ਤੇ ਮਹਾਰਾਜ ਜਿੱਥੇ ਤੁਸੀਂ ਮਹੀਨਾ ਵਸਦੇ ਹੋ, ਜਿੱਥੇ ਤੁਸੀਂ ਸਾਲ ਕਈ ਸਾਲ ਆਪ ਜੀ ਵਸੇ ਹੋ, ਉੱਥੇ ਤਾਂ ਮਹਾਰਾਜ ਆਪ ਜੀ ਨੇ ਹਜ਼ਾਰਾਂ ਨੂੰ ਨਿਹਾਲ ਕੀਤਾ ਹੋਵੇ। ਉੱਥੇ ਤਾਂ ਹਜ਼ਾਰਾਂ ਦੀ ਸ੍ਰੇਸ਼ਟ ਮੱਤ ਦੇ ਕਰਕੇ ਉਹਨਾਂ ਦੇ ਅੰਦਰ ਇਸ ਤਰ੍ਹਾਂ ਪ੍ਰਕਾਸ਼ ਕਰ ਦਿੱਤਾ ਹੋਵੇਗਾ। ਮੈਨੂੰ ਤਾਂ 2 ਘੜੀਆਂ 'ਚ ਤੁਸੀਂ ਨਿਹਾਲ ਕਰ ਦਿੱਤਾ, ਜਿੱਥੇ ਤੁਸੀਂ ਮਹੀਨਾ ਵਾਸ ਕਰਦੇ ਹੋ ਜਾਂ ਸਾਲ ਵਾਸ ਰੁਕਦੇ ਹੋ ਜਾਂ ਕਈ ਸਾਲ ਠਹਿਰਦੇ, ਉੱਥੇ ਤਾਂ ਆਪ ਜੀ ਮਹਾਰਾਜ ਬੇਅੰਤ ਬਖਸ਼ਿਸ਼ਾਂ ਵਰਤਾਈਆਂ ਹਨ। ਮਹਾਰਾਜ ਕਹਿੰਦੇ ਪੰਡਤ ਜੀ ਇਹ ਗੱਲ ਨਹੀਂ ਹੁੰਦੀ, ਇੱਥੇ ਸਾਲਾਂ ਸੂਲਾਂ ਦੀ ਗੱਲ ਕੋਈ ਨਹੀਂ, ਇੱਥੇ ਮਹੀਨਿਆਂ ਦੀ ਗੱਲ ਕੋਈ ਨਹੀਂ, ਇਹ ਤਾਂ ਸ਼ਰਧਾ ਦੀ ਗੱਲ ਹੈ, ਭਾਵਨਾ ਦੀ ਗੱਲ ਆ।
कि ਜਿਹੜਾ ਸ਼ਰਧਾ ਨਾਲ ਆਵੇ ਤੇ ਉਹ ਇੱਕ ਘੜੀ 'ਚ ਵੀ ਲੈ ਜਾਂਦਾ ਹੈ, ਤੇ ਜਿਹਦੇ ਅੰਦਰ ਸ਼ਰਧਾ ਨਾ ਹੋਵੇ ਤੇ ਭਾਵੇਂ ਕਿੰਨੇ ਸਾਲ ਵੀ ਸਾਡੇ ਕੋਲੇ ਰਹੇ ਖਾਲੀ ਵੀ ਰਹਿ ਜਾਂਦਾ, ਖਾਲੀ ਦਾ ਖਾਲੀ ਭਾਂਡਾ ਵੀ ਰਹਿ ਜਾਂਦਾ, ਉਂਝ ਹੀ ਆਖੜ ਕੇ ਬਸ ਤੁਰਿਆ ਰਹਿੰਦਾ। ਹੰਕਾਰ ਦੀ ਆਖੜੇ ਰਹਿੰਦੇ ਬਹੁਤੇ, ਉਹ ਕਈਆਂ ਨੂੰ ਹੰਕਾਰ ਹੀ ਹੁੰਦਾ ਵੀ ਸਾਨੂੰ ਇੰਨੇ ਸਾਲ ਹੋ ਗਏ, ਜੇ ਅੰਦਰ ਨਹੀਂ ਹੋ ਗਿਆ ਤਾਂ ਇੰਨੇ ਸਾਲਾਂ ਨੂੰ ਕੀ ਕਰਨਾ। ਜਿਵੇਂ ਉਹ ਜੋਗੀ ਵੀ ਪਿੱਛੇ ਆਇਆ ਸੀ, ਉਹਨੇ ਆਪਣੇ ਚੇਲਿਆਂ ਤੋਂ ਪੁੱਛ ਕੇ ਤੇ ਜਦੋਂ ਸਿੰਘਾਂ ਨੇ ਦੱਸਿਆ ਸੀ ਵੀ ਮਹਾਰਾਜ ਸਾਹਿਬ ਜੀ ਦੀ ਸਰੀਰ ਕਾਰਬਲਾ 35 ਸਾਲ ਦੇ ਲਗਭਗ, 40 ਤੋਂ ਥੱਲੇ, ਕਿ ਉਹਨੇ ਆਖਿਆ ਉਹ ਗੁਰੂ ਤੋਂ ਮੈਂ ਕੀ ਲੈਣਾ, ਉਹਨੇ ਤਾਂ ਕੋਈ ਸਾਧਨਾ ਹੀ ਨਹੀਂ ਕੀਤੀ। ਉਹਨੇ ਜਦੋਂ ਉਹਦੇ ਚੇਲੇ ਵੀ ਆਏ ਸੀ ਸਿੰਘਾਂ ਦੇ ਨਾਲ, ਇਹ ਮੁਕਤਸਰ ਸਾਹਿਬ ਤੋਂ ਅੱਗੇ ਦੀ ਗੱਲ ਹੈ, ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਉਹ ਜੋਗੀ ਨੂੰ ਆਪਣੇ ਵੱਡੀ ਉਮਰ ਦਾ ਹੀ ਮਾਣ ਮਾਰੇ, ਕਹਿੰਦੇ ਹੰਕਾਰ ਹੀ ਚੁੱਕੀ ਫਿਰਦਾ, ਹੋਰ ਕੀ ਕਿ ਉਹਨੂੰ ਤਪੱਸਿਆ ਤੇ ਉਹਨੇ ਕੀਤੀ ਆ, ਪਰ ਪੁਰਾਣਾ ਖਲੜਾ ਹੀ ਰੱਖੀ ਫਿਰਦਾ। ਮਹਾਰਾਜ ਕਹਿੰਦੇ ਉਹਦੀ ਉਮਰ ਵਾ, ਸਿੰਘ ਕਹਿੰਦੇ ਮਹਾਰਾਜ ਕਿੰਨੀ ਉਮਰ ਆ? ਸਤਿਗੁਰੂ ਕਹਿੰਦੇ 5120 ਸਾਲ। ਕਹਿੰਦੇ ਉਹਦੀ 5120 ਸਾਲ ਆ ਤੇ ਉਹ ਲੰਮੀ ਉਮਰ ਦਾ ਮਾਣ ਚੁੱਕੀ ਫਿਰਦਾ। ਜਦੋਂ ਉਹਦੇ ਚੇਲਿਆਂ ਨੇ ਜਾ ਕੇ ਦੱਸਿਆ ਕਿ ਗੁਰੂ ਸਾਹਿਬ ਜੀ ਨੇ, ਗੁਰੂ ਜੀ ਤੁਹਾਡੀ ਉਮਰ ਦੱਸ ਦਿੱਤੀ ਕਿ ਇੰਨੀ ਉਮਰ ਵਾ, ਫਿਰ ਛੋਟਾ ਜਿਹਾ ਪੜ੍ਹ ਕੇ ਤੇ ਸਹੀ ਜਿਹੇ ਜੇ ਤੁਰ ਕੇ ਆਇਆ ਜੋਗੀ 10ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਢਾਬ ਦੇ ਉਰਲੇ ਬੰਨੇ ਆਇਆ ਚੱਲ ਰਹਿਰਾ ਸਾਹਿਬ ਜੀ ਦਾ ਪਾਠ ਹੋ ਗਿਆ, ਹਟਿਆ, ਸਮਾਪਤੀ ਹੋਈ। ਮਹਾਰਾਜ ਕਹਿੰਦੇ ਸਾਧੂ ਬੈਠ ਜਾਓ, ਬੈਠ ਗਿਆ। ਫਿਰ ਬੇਨਤੀ ਕੀਤੀ ਮਹਾਰਾਜ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਸੋਝੀ, ਤੇ ਸਤਿਗੁਰੂ ਕਹਿਣ ਲੱਗੇ ਕਿ ਤਪਸਵੀ ਜੀ ਤੁਸੀਂ ਉਹ ਪੁਰਾਣਾ ਹੀ ਰੱਖੀ ਫਿਰਦੇ ਜੇ, ਚੋਲਾ ਅੱਗੇ ਅਸੀਂ ਕਈ ਬਦਲ ਲਏ। ਮਹਾਰਾਜ ਕਹਿੰਦੇ ਤੂੰ ਉਹ ਪੁਰਾਣਾ ਹੀ ਖੱਲੜਾ ਚੁੱਕੀ ਫਿਰਦਾ। ਤੇ ਗਰੀਬ ਨਵਾਜ਼ ਸਾਹਿਬ ਇਹ ਤਾਂ ਸਤਿਗੁਰਾਂ ਦੀ ਗੱਲ ਹੈ ਨਾ, ਤੇ ਮਹਾਰਾਜ ਸਾਹਿਬ ਸਿੱਖਾਂ ਨੂੰ ਜਿਹਨੂੰ ਨਿਹਾਲ ਕਰਨਾ ਇਹਨੂੰ ਇੱਕ ਛਿਣ ਵਿੱਚ ਹੀ ਨਿਹਾਲ ਕਰ ਦਿੰਦੇ, ਇੱਕ ਘੜੀ ਵਿੱਚ, ਇੱਕ ਸਕਿੰਟ ਵਿੱਚ ਵੀ ਨਿਹਾਲ ਕਰ ਦਿੰਦੇ ਆ, ਜਿਹਦੇ ਅੰਦਰ ਭਾਵਨਾ ਹੈ, ਸ਼ਰਧਾ ਹੈ। ਤੇ ਮਹਾਰਾਜ ਕਹਿੰਦੇ ਸ਼ਰਧਾ ਤੋਂ ਖਾਲੀ ਭਾਵੇਂ ਮਹੀਨਾ ਤੇ ਭਾਵੇਂ ਸਾਲ ਰਵੇ, ਇੱਥੇ ਗੱਲ ਪੰਡਤ ਜੀ ਸ਼ਰਧਾ ਦੀ ਆ, ਇੱਥੇ ਘੜੀ ਦੀ ਜਾਂ ਮਹੀਨੇ ਦੀ ਜਾਂ ਸਾਲ ਦੀ ਗੱਲ ਨਹੀਂ। ਕੋਈ ਸਾਲ ਰਹਿ ਕੇ ਖਾਲੀ ਵੀ ਰਹਿ ਸਕਦਾ ਤੇ ਕੋਈ ਇੱਕ ਘੜੀ ਵਿੱਚ ਵੀ ਬਖਸ਼ਿਸ਼ਾਂ ਲੈ ਕੇ ਜਾ ਸਕਦਾ। ਜਿਵੇਂ ਗੁਰਬਾਣੀ ਦੇ ਬਚਨ ਆ, ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਦੇਹਾ ਭਾਲੋ ਦੇਹਾ ਫਲ ਪਾਈਐ। ਜਿਵੇਂ 12 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ 1575 ਦੇ ਵਿੱਚ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਜਦੋਂ ਮਿਲਾਪ ਹੋਇਆ, ਕੱਥੂ ਨਗਰ ਦੇ ਬਾਹਰ ਪਸ਼ੂ ਚਾਰਦੇ ਹੋਏ ਮਿਲੇ ਸੀ। ਮਹਾਰਾਜ ਸਾਹਿਬ ਜੀ ਨੂੰ ਦੁੱਧ ਵੀ ਛਕਾਇਆ ਸੀ, ਕਾੜ੍ਹਨੀ ਵਾਲਾ ਲਿਆ ਕੇ। ਬਾਲਕ ਨਾ ਸੀ ਗੂੜਾ, ਮਾਪਿਆਂ ਨੇ ਗੂੜਾ ਨਾਮ ਰੱਖਿਆ। ਬੜੀਆਂ ਬੇਨਤੀਆਂ ਕੀਤੀਆਂ, ਮਹਾਰਾਜ ਕਹਿਣ ਲੱਗੇ ਅਸੀਂ ਨਹੀਂ ਛਕਦੇ, ਰੋਣ ਲੱਗ ਪਿਆ ਸੀ। ਬੇਨਤੀਆਂ ਕੀਤੀਆਂ, ਮਹਾਰਾਜ ਕਹਿਣ ਲੱਗੇ ਤੂੰ ਘਰ ਆਪਣੇ ਮਾਪਿਆਂ ਤੇ ਚੋਰੀ ਨਾ ਲੈ ਆਇਆ ਹੋਵੇਂ ਦੁੱਧ, ਤੈਨੂੰ ਉਹ ਕੁੱਟਣਗੇ, ਮਾਰਨਗੇ। ਕਹਿੰਦਾ ਉਹਨਾਂ ਨੇ ਤਾਂ ਬਾਅਦ ਵਿੱਚ ਕੁਝ ਕਹਿਣਾ, ਤੁਸੀਂ ਤੇ ਹੋਣੀ ਕਹਿੰਦੇ ਹੋ। ਮਹਾਰਾਜ ਕਹਿੰਦੇ ਅਸੀਂ ਤਾਂ ਕੁਝ ਆਖਿਆ ਹੀ। ਕਹਿੰਦਾ ਮੈਂ ਦੁੱਧ ਲੈ ਆਇਆ, ਪਰ ਉਹਨਾਂ ਤੋਂ ਹੀ ਛਕਦੇ ਨਹੀਂ, ਛਕੋ। ਫਿਰ ਮਹਾਰਾਜ ਨੇ ਦੁੱਧ ਛਕਿਆ। ਫਿਰ ਗਰੀਬ ਨਵਾਜ ਨੇ ਮਿਹਰ ਕੀਤੀ ਤੇ ਉਸ ਬਾਲਕ ਬੂੜੇ ਦੀ ਮਹਾਰਾਜ ਸਾਹਿਬ ਜੀ ਨੇ ਸਮਾਧੀ ਲਾ ਦਿੱਤੀ। ਉਹਨੇ ਮਹਾਰਾਜ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ। ਗੁਰੂ ਸਾਹਿਬ ਕਹਿਣ ਲੱਗੇ ਬਾਲਕਿਆ ਤੇਰੀ ਉਮਰ ਤੇ ਛੋਟੀ ਆ, ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਉਮਰ ਤੇ ਛੋਟੀ ਕਾਕਾ ਤੇਰੀ, ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ, ਬਜ਼ੁਰਗਾਂ ਵਾਲੀਆਂ, ਸਿਆਣਿਆਂ ਵਾਲੀਆਂ, ਵੱਡਿਆਂ ਵਾਲੀਆਂ। ਐਸੀ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਤੇ ਪਹਿਲੇ ਮਿਲਾਪ ਦੇ ਵਿੱਚ 12 ਸਾਲਾਂ ਦੇ ਬੱਚੇ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ। ਮਹਾਰਾਜ ਸਾਹਿਬ ਨੇ ਇਹ ਆਖਿਆ ਨਾ ਤੇਰੇ ਬਚਨ ਬੁੱਢਿਆਂ ਵਾਲੇ, ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਤੇ ਉਸ ਦਿਨ ਤੋਂ ਨਾਂ ਪਿਆ ਫਿਰ ਬੁੱਢਾ, ਬਾਬਾ ਬੁੱਢਾ ਸਾਹਿਬ। ਫਿਰ ਪੰਥ ਨੇ ਆਖਿਆ ਬਾਬਾ ਬੁੱਢਾ ਸਾਹਿਬ। ਭਾਈ ਬਾਲਾ ਜੀ ਨੇ ਬੇਨਤੀ ਕਰਕੇ ਪੁੱਛਿਆ ਸੀ ਮਹਾਰਾਜ ਕੋਈ ਸੇਵਾ ਨਹੀਂ ਕੀਤੀ ਇਸ ਬੱਚੇ ਨੇ,
कोई जप नहीं कीता, तप नहीं कीता, सेवा नहीं, कोई सिमरन नहीं, ते तुसीं महाराज पहले मिलाप की ब्रह्म ज्ञान बख्श दिता, मन जोड़ दिता, लिव ला दी है। सतगुरु कहते इन्हें पहला ही सारा कुछ किया होया भाई वालिया, इन्हें पहलों किया। ये तो हम गुरु साहब जानते हैं ना साध संगत जी, कोई एक जन्म की खेड थोड़ा वा, कोई किन्निया जन्मां तो पिछों चलिया होया वा, ते उन्होंने महाराज बचपन में ही निहाल कर देंगे। महाराज साहब जी के इतिहास में कई सिखां का जिक्र आता, कई महाराज ने आख्या कि तू ऐतकी साडा साथी नहीं, कई जन्मां का तो साडा साथी तुरिया होना। कई सिखां का जिक्र आता इतिहास के। तो महाराज ने भाई बाला जी को आख्या से धन गुरु नानक साहब जी ने, जिवें भाई बालिया दीवा तैयार होवे, बत्ती विच पई होवे, तेल पिया होवे ते उहनूं जगाईदा ही आ, वो जग पैंदा। इस बालक के हिरदे का दीवा तैयार से, शरधा की बत्ती पई हुई सी, असीं तैनूं जगाया ही आ, जग पिया। हुण ये जगया होया दीपक जिहड़ा कि कईयां नूं जगावेगा। महाराज साहब जी ने निहाल कर दिता। ये तो गुरु साहब के हथ विच आ। कलगीधर पातशाह कह रहे आ कि पंडित जी, क्योंकि पंडित ने 2 घड़ियां संगत की ते महाराज ने निहाल कर दिता, आत्म ज्ञान बख्श दिता। सारी उम्र लंघ चली सी ज्योतिष विद्या पढ़द्या ग्रह नक्षत्रां दी विचार करद्या, इहदी जन्म पत्री खोलद्या, इहदा टेवा लाउंद्या, ये कुछ करद्या महाराज ने मेहर की दृष्टि पाई ते अंदर का ज्ञान दे दिता, आत्मा का ज्ञान। आत्मा का ज्ञान ही परमात्मा का ज्ञान। आत्मा प्रात्मा एक हो कर, परमात्मा ही आत्मा रूप हो करके अंदर वसिया होया। जो ग्रह मंडे सोई पिंडे, जो खोजे सो पावै, टीपा प्राण का परम तत्त है, सतगुर होए लखावै। सतगुरु कहते पंडित जी ये तो शरधा की गल, शरधा की भावना की गल। जिवें भगत धन्ना जी, उन्होंने जदों प्रशादा पानी तैयार करके रख के, लस्सी रख के, प्रशादे रख के बेनतियां कीतियां कि भगवान जी छको भोग लाओ। 3 दिन बेनतियां करते रहे तो तीजे दिन परमेश्वर ने दर्शन दे करके प्रशादा छकिया तो लस्सी भी पी, दर्शन दे के निहाल किया। गोसाई प्रतख होए, रोटी खाए, शाही होए लावे, भोला भाव हो बिंद मिलावे। ते फिर दसिया, कहन लगे कि धन्या ने कि मान ना कर ली कि 3 दिनों में ही रब के दर्शन कर ले, 3 दिन भुखे रह के मिल गया। कहते 1400 जन्म तेरा लंघिया वा साडी बंदगी करके, ते 1400 जन्म में तेरी एको ही इच्छा सी कि प्रतख दर्शन करने, प्रतख दर्शन करने, सामने दर्शन करने। महाराज कहते हुण तेरी इच्छा जिहड़ी वो पूरी हुई। इस करके महाराज साहब जी की मौज आ साध संगत। वो जो छिन आती है, जिस वेले भावना अंदर प्रगट होती है, उस वेले महाराज निहाल कर देंगे है। दात गुरु साहब जी के हथ में किनू कदों देनी है, उस वेले दे के निहाल कर देंगे है। दाती नानक दाती साहिब संधिया, जगत गुरु जी का भजन। नानक दाती साहिब संधिया, क्या चल है किस नाम। मालक के नाल जोर नहीं चल सकता, दाता मालक के हथ विच आ। नानक दाती साहिब संधिया, क्या चलै तिस नाल, एक जा गंदे ना लहन, एक ना सुतियां दे उठा। ये 2 तरह पाठ होंदा, एक थां ते लहन, एक थां ते लहान। गरीब नवाज कहते कि इन्हां नूं सुतियां भी उठा देंदे, सुतियां नूं उठा के दे देंदे, एक जागदे खाली रह जांदे। तो कलगीधर पातशाह महाराज कहन लगे, पंडित जी इत्थे शरधा की गल है, सुन गुर कहे ना शरधा होई कि जेड़े भावें महीनियां पति रहे आ गुरु घर विच साडे नाल रहे, भावें सालां पति रहे, जिन्हां दे अंदर शरधा नहीं होई है। इस करके कोई कोई जेड़े शरधा वाले भावना वाले वो कृतार्थ होए आ, वो निहाल होए आ। शरधा तो बिना जेड़े वो खाली रहे हन। महाराज कहते कि कहानी सुनाने पंडित जी इसे गल दे उत्ते, किवें कोई खाली रह जाता।
ਇਹ ਤੁਸੀਂ ਇੱਕ ਇਹ ਗਾਥਾ ਸੁਣੋ। ਹਰ ਜਹਾਜ ਲੈ ਸੋਜ ਮਹਾਨੀ। ਕੋਈ ਬਾਣੀਆਂ ਸੀ ਤੇ ਉਹ ਵਪਾਰ ਕਰਨ ਵਾਸਤੇ ਜਹਾਜ਼ ਦੇ ਉੱਤੇ ਸਮਗਰੀ ਲੱਦ ਕਰਕੇ, ਸੌਜ ਮਹਾਨ ਸਾਜੋ ਸਮਾਨ ਲੱਦ ਕਰਕੇ ਜਹਾਜ਼ ਭਰ ਕੇ ਸਮੁੰਦਰ ਤੋਂ ਲੈ ਕੇ ਗਿਆ। ਗਇਓ ਬਲਕ ਟਾਪੂ ਮਹਿਤਾ। ਇੱਕ ਟਾਪੂ ਦੇ ਵਿੱਚ ਲੈ ਕਰਕੇ ਗਿਆ, ਵਪਾਰ ਕਰਦਾ ਸੀ ਬਾਣੀਆਂ। ਇੱਕ ਪਾਸਿਓਂ ਇੱਕ ਦੇਸ਼ ਤੋਂ ਲੱਦਿਆ ਵਾ ਸਾਜੋ ਸਮਾਨ ਤੇ ਇੱਕ ਟਾਪੂ ਦੇ ਵਿੱਚ ਲੈ ਗਿਆ। ਟਾਪੂ ਜਿਵੇਂ ਵਿੱਚ ਬਣੇ ਹੁੰਦੇ ਸਮੁੰਦਰਾਂ, ਜਿਵੇਂ ਦਰਿਆਵਾਂ ਦੇ ਵਿੱਚ ਬਣੇ ਹੁੰਦੇ ਜਿਹੜੇ ਟਿੱਬੇ ਜਿਹੇ, ਉਹਨਾਂ ਨੂੰ ਗੱਡੇ ਕਹਿ ਦਿੰਦੇ ਆ। ਸਮੁੰਦਰਾਂ 'ਚ ਜਿਹੜੇ ਬਣੇ ਹੁੰਦੇ ਉਹਨਾਂ ਨੂੰ ਟਾਪੂ ਕਹਿ ਦਿੰਦੇ। ਆਲੇ ਦੁਆਲੇ ਸਮੁੰਦਰ ਦੇ ਵਿੱਚ ਧਰਤੀ ਜਿਹੜੀ, ਜਿਵੇਂ ਦੁਆਰਕਾ ਵੀ ਇੱਕ ਟਾਪੂ ਹੀ ਹੈ। ਤੋ ਇਸ ਤਰੀਕੇ ਦੇ ਨਾਲ ਉਹ ਟਾਪੂ ਦੇ ਵਿੱਚ ਲੈ ਕਰਕੇ ਗਿਆ ਹੈ ਆਪਣਾ ਜਹਾਜ਼ ਟਾਪੂ ਦੇ ਕੰਢੇ ਤੇ। ਗਊ ਮਹਿਕ ਪ੍ਰਾਪਤ ਨਾ ਜਾਣ। ਜਿਸ ਟਾਪੂ ਦੇ ਵਿੱਚ ਕੋਈ ਗਾਂ ਤੇ ਮੱਝ ਨਹੀਂ ਸੀ ਪ੍ਰਾਪਤ ਹੁੰਦੀ, ਭਾਵ ਉਸ ਟਾਪੂ ਦੇ ਵਿੱਚ ਕੋਈ ਗਾਂ ਮੱਝ ਨਹੀਂ ਸੀ। ਇੱਕ ਗੋਰੇ ਨੇ ਜਹਾਜ਼ ਚੜਾਈ। ਤੇ ਇੱਕ ਇਸ ਬਾਣੀਏ ਨੇ ਆਪਣੀ ਗਾਂ ਵੀ ਨਾਲ ਜਦੋਂ ਚੱਲਿਆ ਨਾ ਉੱਧਰ ਸਮਾਨ ਲੈ ਕੇ, ਇੱਕ ਗਾਂ ਚੜਾ ਲਈ ਨਾਲ ਜਹਾਜ਼ ਦੇ ਵਿੱਚ ਕਿ ਜਿੱਥੇ ਜਾਣਾ ਉੱਥੇ ਕੁਝ ਸਮਾਂ ਲੱਗ ਜਾਣਾ ਤੇ ਗਾਂ ਨਾਲ ਹੀ ਲੈ ਜਾਣੀ, ਉੱਥੇ ਦੁੱਧ ਪੀਆ ਕਰਾਂਗੇ ਗਾਂ ਦਾ। ਤੇ ਇੱਕ ਗਾਂ ਜਿਹੜੀ ਉਹ ਜਹਾਜ਼ ਦੇ ਵਿੱਚ ਨਾਲ ਹੀ ਬਾਣੀਏ ਨੇ ਚੜਾ ਲਈ। ਦੁੱਧ ਪੀਣ ਦੇ ਵਾਸਤੇ ਆਪਣੇ ਪਾਸ ਉੱਥੇ ਟਾਪੂ ਵਿੱਚ ਰੱਖ ਲਈ। ਪਾਇਓ ਟਾਪੂ ਮਹਿ ਵਿਵਹਾਰ। ਤਾਂ ਉੱਥੇ ਜਾ ਕੇ ਆਪਣਾ ਜਿਹੜਾ ਕਾਰੋਬਾਰ ਕਰਨਾ ਸੀ ਟਾਪੂ ਦੇ ਵਿੱਚ ਉਹ ਕੀਤਾ। ਉੱਥੇ ਕਾਰੋਬਾਰ ਕਰਦੇ ਇੱਕ ਹੋਰ ਬਾਣੀਆ ਜਿਹੜਾ ਸੀ ਨਾ ਉਹ ਮਿੱਤਰ ਬਣ ਗਿਆ। ਉਹਨੇ ਪਿਆਰ ਕੀਤਾ, ਉਹ ਮਿੱਤਰਤਾ ਉਹਨੇ ਬਣਾ ਲਈ। ਆਪਣੇ ਘਰ ਕਰਿਓ ਆਹਾਰਾ। ਇਸ ਇਧਰੋਂ ਜਾਣ ਵਾਲੇ ਬਾਣੀਏ ਦਾ ਜਿਹੜਾ ਉੱਥੇ ਰਹਿਣ ਵਾਲਾ ਬਾਣੀਆ ਮਿੱਤਰ ਬਣਿਆ, ਉਹਨੇ ਇੱਕ ਦਿਨ ਆਪਣੇ ਘਰੇ ਇਸ ਬਾਣੀਏ ਨੂੰ ਸੱਦਿਆ ਤੇ ਇਹਦਾ ਲੰਗਰ ਪਾਣੀ ਤਿਆਰ ਕੀਤਾ, ਇਹਨੂੰ ਰੋਟੀ ਪਾਣੀ ਛਕਾਇਆ। ਆਦਰ ਸਹਿਤ ਅਚਾਏ ਉਦਾਰਾ। ਬਹੁਤ ਆਦਰ ਕੀਤਾ ਤੇ ਆਦਰ ਦੇ ਨਾਲ ਉਹਨੇ ਆਖਿਆ ਵੀ ਮਿੱਤਰਾ ਮੈਂ ਤੈਨੂੰ ਰੋਟੀ ਖਵਾਉਣੀ ਆ ਮੇਰੇ ਘਰੇ। ਇਹ ਚਲੇ ਗਿਆ। ਉਹਨੇ ਬੜੇ ਪਿਆਰ ਦੇ ਨਾਲ ਇਹਦੀ ਰੋਟੀ ਛਕਾਈ, ਇਹਨੂੰ ਪ੍ਰਸ਼ਾਦਾ ਛਕਾਇਆ, ਸੇਵਾ ਕੀਤੀ, ਆਦਰ ਕੀਤਾ। ਤਾਂ ਫਿਰ ਇਹਦਾ ਵੀ ਜੀ ਕੀਤਾ ਵੀ ਇਹਨੇ ਮੈਨੂੰ ਪ੍ਰਸ਼ਾਦਾ ਛਕਾਇਆ ਤੇ ਮੈਂ ਵੀ ਇੱਕ ਦਿਨ ਇਹਨੂੰ ਛਕਾਵਾਂ, ਇਹਦੀ ਵੀ ਰੋਟੀ ਆਪਣੇ ਘਰੇ ਕਰਾਂ। ਹੁਣ ਜਦੋਂ ਇਹ ਇੱਧਰ ਆਉਣ ਵਾਲਾ ਸੀ ਨਾ, ਇਹ ਆਪਣਾ ਕਾਰੋਬਾਰ ਜਿਹੜਾ ਜਿੰਨਾ ਚਿਰ ਉੱਥੇ ਕਰਨਾ ਸੀ ਵਪਾਰ ਉਹ ਕਰ ਲਿਆ ਤੇ ਹੁਣ ਵਾਪਸ ਆਉਣਾ ਸੀ ਇਹਨੇ ਆਪਣੇ ਦੇਸ਼ ਨੂੰ ਟਾਪੂ ਤੋਂ। ਫਿਰ ਉਹ ਸਮੁੰਦਰੀ ਜਹਾਜ਼ ਤੇ ਤਾਂ ਆਉਣ ਤੋਂ ਪਹਿਲਾਂ ਇਹਨੇ ਆਖਿਆ ਵੀ ਮੈਂ ਵੀ ਇੱਕ ਦਿਨ ਹੁਣ ਮਿੱਤਰ ਨੂੰ ਬੁਲਾ ਕੇ ਤੇ ਉਹਨੂੰ ਵੀ ਰੋਟੀ ਖਵਾਵਾਂ। ਸੱਦ ਲਿਆ। ਭੋਜਨ ਭਲੇ ਖਵਾਇਓ। ਇਹਨੇ ਖੀਰ ਬਣਾ ਕੇ ਉਹਨੂੰ ਖਵਾਈ। ਉਹ ਗਾਂ ਜਿਹੜੀ ਨਾਲ ਲੈ ਕੇ ਗਿਆ ਸੀ ਨਾ, ਗਾਂ ਨੂੰ ਚੋਇਆ, ਗਾਂ ਦੀ ਧਾਰ ਕੱਢੀ ਤੇ ਉਹ ਦੁੱਧ ਦੀ ਖੀਰ ਬਣਾ ਕੇ ਛਕਾਈ। ਕਲਗੀਧਰ ਪਾਤਸ਼ਾਹ ਦੱਸ ਰਹੇ ਹਨ ਪੰਡਤ ਨੂੰ। ਉਹਨੇ ਪਹਿਲਾਂ ਕਦੀ ਖੀਰ ਖਾਧੀ ਨਹੀਂ ਸੀ ਉਸ ਬਾਣੀ ਨੇ, ਕਿਉਂਕਿ ਉਸ ਟਾਪੂ ਦੇ ਵਿੱਚ ਪਸ਼ੂ ਕੋਈ ਹੈ ਨਹੀਂ ਸੀ। ਇਸ ਕਰਕੇ ਪਹਿਲਾਂ ਮਹਾਰਾਜ ਕਹਿੰਦੇ ਉਹਨੇ ਕਦੀ ਖੀਰ ਖਾਧੀ ਨਹੀਂ ਸੀ। ਉਹਨੇ ਪਹਿਲੀ ਵਾਰੀ ਜ਼ਿੰਦਗੀ 'ਚ ਖੀਰ ਖਾਧੀ, ਖੀਰ ਛਕੀ। ਉਹ ਬੜਾ ਹੈਰਾਨ ਹੋਇਆ ਵੀ ਇਹ ਕਿਹੜਾ ਪਦਾਰਥ ਹੈ, ਬੜਾ ਸਵਾਦ ਬਣਿਆ ਹੋਇਆ ਹੈ। ਇਹ ਕਿਆ ਹੈ ਸਬੂਜਨ ਕਰਿਓ। ਆਪਣੇ ਮਿੱਤਰ ਬਾਣੀਏ ਤੋਂ ਪੁੱਛਣਾ ਕੀਤਾ ਕਿ ਇਹ ਕੀ ਮਿੱਤਰਾ ਮੈਨੂੰ ਖਵਾਇਆ ਵਾ, ਮੈਂ ਤਾਂ ਪਹਿਲੀ ਵਾਰੀ ਖਾਧਾ ਹੈ, ਇਹ ਪਦਾਰਥ ਹੈ ਕਿ? ਉਹਨੇ ਪੁੱਛਣਾ ਕੀਤਾ ਹੈ। ਕਹਿੰਦਾ ਵੀ ਜਿਸ ਚੀਜ਼ ਦੇ ਨਾਲ ਇਹ ਪਦਾਰਥ ਬਣਾਇਆ ਇਹ ਮੈਨੂੰ ਦੇ। ਉਹਦੇ ਸਾਹਮਣੇ ਧਾਰ ਕੱਢੀ ਸੀ ਤੇ ਪਰ ਉਹਨੇ ਵੇਖੀ ਨਹੀਂ ਸੀ ਇਹਨੂੰ ਕੱਢ ਦੇਣਾ ਕਿ ਉਹਦੇ ਕੋਲ ਨਹੀਂ ਸੀ। ਉਹ ਲਿਆ ਕਰਕੇ ਦੁੱਧ ਤੇ ਇਹਨੇ ਇਹ ਖੀਰ ਬਣਾ ਕੇ ਛਕਾਈ। ਉਹਨੇ ਆਖਿਆ ਕਿ ਜਿਸ ਚੀਜ਼ ਦਾ ਇਹ ਪਦਾਰਥ ਬਣਾਇਆ ਇਹ ਮੈਨੂੰ ਦੇ ਦੇ ਤੇ ਮੈਂ ਵੀ ਆਪਣੇ ਘਰੇ ਬਣਾਇਆ ਕਰ। ਉਹਦਾ ਭਾਵ ਸੀ ਵੀ ਇਹ ਗਾਂ ਮੈਨੂੰ ਦੇ ਦੇ, ਵੀ ਇਹ ਮੈਂ ਇੱਥੇ ਆਪਣੇ ਕੋਲੇ ਰੱਖਾਂ ਤੇ ਮੈਂ ਵੀ ਇਹ ਖੀਰ ਬਣਾਇਆ ਕਰਾਂ। ਤੇ ਇਹ ਮੈਨੂੰ ਬੜਾ ਸਵਾਦ ਲੱਗਾ ਭੋਜਨ ਤੇ ਇਸ ਤਰ੍ਹਾਂ ਮੈਂ ਰੋਜ਼ ਬਣਾ ਕੇ ਛਕਿਆ ਕਰਾਂ। ਹੁਣ ਇਹ ਬਾਣੀਏ ਨੇ ਇੱਧਰ ਆਉਣਾ ਸੀ, ਇਹਨੇ ਉਹ ਗਾਂ ਆਪਣੇ ਮਿੱਤਰ ਨੂੰ ਦੇ ਦਿੱਤੀ ਵੀ ਆ ਲੈ ਜਾ ਤੇ ਤੂੰ ਇਹਦਾ ਦੁੱਧ ਚੋਲਿਆ ਕਰੀ ਤੇ ਤੂੰ ਖੀਰ ਬਣਾ ਲਿਆ ਕਰੀ। ਇਹ ਗਾਂ ਮਾਤੇ ਦੁੱਧ ਦਿੰਦੀ ਹੈ ਤੇ ਇਸ ਤਰੀਕੇ ਨਾਲ ਤੂੰ ਇਸ ਨੂੰ ਆਪਣੇ ਪਾਸ ਰੱਖ ਲਾ। ਉਸ ਨੂੰ ਦੱਸ ਦਿੱਤਾ ਕਿ ਇਹ ਗਾਂ ਦੇ ਦੁੱਧ ਦੇ ਵਿੱਚ ਆ ਚੌਲ ਪਾ ਲਈਦੇ ਆ
ਤੇ ਇਹਨੂੰ ਚੌਲ ਪਾ ਕੇ ਤੇ ਇਹ ਖੀਰ ਬਣਾ ਲਈਦੀ, ਵਿੱਚ ਮਿੱਠਾ ਪਾ ਲਈਦਾ, ਇਸ ਤਰ੍ਹਾਂ ਇਹ ਪਦਾਰਥ ਬਣ ਜਾਂਦਾ। ਉਹਨੇ ਕਿਹਾ ਠੀਕ, ਮੈਂ ਵੀ ਇਸ ਤਰ੍ਹਾਂ ਹੀ ਬਣਾਇਆ ਕਰੂੰਗਾ। ਹੁਣ ਉਹਨੇ ਗਾਂ ਚੋਈ ਕਦੇ ਨਹੀਂ ਸੀ, ਗਾਂ ਹੈਗੀ ਨਹੀਂ ਸੀ ਉੱਥੇ, ਉਹ ਪਹਿਲੀ ਗਾਂ ਸੀ, ਤੇ ਇਹਨੇ ਇੱਧਰ ਨੂੰ ਆਉਣਾ ਸੀ। ਇਹ ਦੇ ਕੇ ਗਊ ਜਹਾਜ਼ ਚਲਾਇਓ, ਇਹਨੇ ਗਾਂ ਉਹਨੂੰ ਦੇ ਦਿੱਤੀ, ਆਪ ਆਪਣੀ ਜਹਾਜ਼ ਤੇ ਚੜਿਆ ਤੇ ਟਾਪੂ ਤੋਂ ਇੱਧਰ ਨੂੰ ਆਪਣੇ ਦੇਸ਼ ਵੱਲ ਨੂੰ ਆ ਗਿਆ। ਆਪਣੇ ਦੇਸ਼ ਵਿਖੇ ਆਇਓ। ਕਲਗੀਧਰ ਪਾਤਸ਼ਾਹ ਦੱਸ ਰਹੇ ਆ ਵੀ ਆਪਣੇ ਦੇਸ਼ ਵੱਲ ਨੂੰ ਆ ਗਏ ਗਾਂ ਦੇ ਕੇ। ਸੋਲੇ ਗਇਓ ਤਿੰਨ ਗ੍ਰਹਿ ਪੂਰਾ। ਉਹ ਮਿੱਤਰ ਬਾਣੀਆਂ ਜਿਹੜਾ ਸੀ ਉਹ ਗਾਂ ਨੂੰ ਲੈ ਗਿਆ ਆਪਣੇ ਘਰ ਵੱਲ ਨੂੰ। ਸਿਰ ਹਵੈ ਕਰ ਬਸਰੂ ਤੇ ਸ਼ੂਰਾ। ਉਹਨੇ ਜਾ ਕੇ ਪੱਠੇ ਪੁੱਠੇ ਪਾਏ ਤੇ ਮੁੜ ਕੇ ਸਮੇਂ ਦੇ ਨਾਲ ਉਹਨੇ ਬੰਨ ਕੇ ਉੱਥੇ ਕਿੱਲੇ ਦੇ ਨਾਲ ਤੇ ਗਾਂ ਦਾ ਵੱਛਾ ਛੱਡ ਦਿੱਤਾ ਥੱਲੇ। ਸੋ ਤਨ ਚੋਸਨ ਲਾਗਿਓ ਜਬੈ। ਤੇ ਜਿਸ ਵੇਲੇ ਉਹ ਬੱਚਾ ਚੁੰਗਣ ਲੱਗ ਪਿਆ ਗਾਂ ਨੂੰ, ਸੁਰਬੀ ਪੁੱਤਰ ਕਰਤਲੀ ਤਬੈ। ਤੇ ਗਾਂ ਪਿਸ਼ਾਬ ਕਰਨ ਲੱਗ ਪਈ। ਸੁਭਾਵਿਕ ਹੀ ਆ, ਜਿਨ੍ਹਾਂ ਨੇ ਗਾਵਾਂ ਰੱਖੀਆਂ ਉਹਨਾਂ ਨੂੰ ਪਤਾ ਵਾ ਜਦੋਂ ਗਾਂ ਦੇ ਥੱਲੇ ਉਹਦਾ ਫਲ ਛੱਡ ਗਏ ਤੇ ਉਸ ਮੌਕੇ ਦੇ ਉੱਤੇ ਉਹ ਕਿਰਿਆ ਕਰਦੀ ਆ ਹੈ। ਉਹ ਫਿਰ ਪਿਸ਼ਾਬ ਕਰਨ ਲੱਗ ਪਈ ਗਾਂ ਉਸ ਮੌਕੇ। ਵਾਸਨ ਲਿਖੈ ਬਰਗਲੇ ਲੀਨ। ਤੇ ਉਹ ਮਾਣਗੇ ਨੇ ਕੀ ਕੀਤਾ ਵੀ ਉਹਨੇ ਭਾਂਡਾ ਥੱਲੇ ਕਰ ਦਿੱਤਾ, ਪਿਸ਼ਾਬ ਭਾਂਡੇ 'ਚ ਪਾ ਲਿਆ। ਗਾਂ ਨੇ ਪਿਸ਼ਾਬ ਕੀਤਾ ਤੇ ਉਹਨੇ ਉਹ ਸਾਰਾ ਪਿਸ਼ਾਬ ਜਿਹੜਾ ਸੀ ਉਹਦੇ ਵਿੱਚ ਪਾ ਲਿਆ। ਨੀਤਰਨ ਕਰ ਪੁਰ ਖਾਵਨ ਖੀਰ। ਉਹਨੇ ਉਹਦੇ ਵਿੱਚ ਹੀ ਚੌਲ ਪਾ ਕੇ ਤੇ ਖੀਰ ਬਣਾ ਲਈ ਪਿਸ਼ਾਬ ਦੇ ਵਿੱਚ ਹੀ। ਹੁਣ ਉਹਨੂੰ ਪਤਾ ਹੀ ਨਹੀਂ ਵੀ ਦੁੱਧ ਦੇ ਵਿੱਚ ਪਾਉਣੀ, ਤੇ ਉਹਦੇ ਵਿੱਚ ਪਾ ਕਰਕੇ ਤੇ ਉਹਨੇ ਰਿੰਨ ਲਈ ਤੇ ਰਿੰਨ ਕੇ ਬਾਅਦ ਖਾਣ ਲੱਗਾ। ਕੋਰਾ ਸਾਰੇ ਸਵਾਦ ਪਛਤਿਓ। ਹੁਣ ਇੱਧਰ ਖਾਧੀ ਤੇ ਜਦੋਂ ਮਿੱਤਰ ਵਾਲੇ ਤੇ ਮਿੱਠੀ ਸੀ, ਹੁਣ ਜਦੋਂ ਆਪ ਬਣਾ ਕੇ ਖਾਧੀ ਤੇ ਉਹ ਕੌੜੀ ਜਿਹੀ ਲੱਗੇ। ਉਹ ਸਵਾਦ ਹੀ ਕੌੜਾ ਜਿਹਾ ਆਵੇ ਵਿੱਚੋਂ ਤੇ ਪਛਤਾਉਂਦਾ ਹੈ ਵੀ ਇਹ ਤਾਂ ਉਤਰਾ ਦੀ ਨਹੀਂ ਬਣੀ ਜਿਵੇਂ ਉੱਥੇ ਬਣੀ ਸੀ। ਤੋ ਇਸ ਤਰੀਕੇ ਨਾਲ ਕੌੜਾ ਸਵਾਦ ਕਹਿੰਦੇ ਉਹਨੂੰ ਆਇਆ। ਮੋਸੋ ਦਗਾ ਮਨਕ ਕਰ ਗਇਓ। ਫਿਰ ਮਨ 'ਚ ਸੋਚਣ ਲੱਗਾ ਵੀ ਮੇਰਾ ਮਿੱਤਰ ਜਿਹੜਾ ਬਾਣੀਆ ਸੀ ਨਾ, ਉਹ ਦਗਾ ਕਰ ਗਿਆ ਮੇਰੇ ਨਾਲ, ਛਲ ਗਿਆ ਮੈਨੂੰ, ਮੇਰੇ ਨਾਲ ਧੋਖਾ ਕਰ ਗਿਆ। ਤਿਮ ਇਹ ਲੋਕ ਰਹੇ ਹਮ ਪਾਸ। ਇਹ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਇਸੇ ਤਰ੍ਹਾਂ ਇਹ ਉਦਾਹਰਨ ਦਿੱਤੀ ਉਸ ਨੂੰ ਜਿਸ ਨੂੰ ਨਿਹਾਲ ਕੀਤਾ ਦ੍ਰਿਸ਼ਟੀ ਪਾ ਕੇ ਜੋਤਸ਼ੀ ਨੂੰ, ਪੰਡਤ ਨੂੰ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਲੋਕ ਜਿਹੜੇ ਸਾਡੇ ਕੋਲੇ ਰਹਿੰਦੇ, ਤੂੰ ਕਹਿੰਦਾ ਨਾ ਵੀ ਮੈਂ 2 ਘੜੀਆਂ ਰਿਹਾ ਤੇ ਬਖਸ਼ਿਸ਼ ਪ੍ਰਾਪਤ ਹੋ ਗਈ, ਵੀ ਜਿਹੜੇ ਮਹੀਨਾ ਰਹਿੰਦੇ ਆ, ਜਿਹੜੇ ਸਾਲ ਰਹਿੰਦੇ ਸਤਿਗੁਰੂ ਜੀ ਤੁਹਾਡੇ ਕੋਲੇ, ਉਹਨਾਂ ਤੇ ਬਹੁਤ ਵੱਡੀ ਬਖਸ਼ਿਸ਼ ਹੋ ਜਾਂਦੀ ਹੋਣੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹ ਸਾਡੇ ਕੋਲੇ ਰਹਿੰਦੇ ਹਨ। ਜਾਨੀ ਜੁਗਤ ਨਸਮਤ ਪ੍ਰਕਾਸ਼। ਬਹੁਤਿਆਂ ਨੇ ਜੁਗਤੀ ਨਹੀਂ ਜਾਣੀ, ਇਸ ਕਰਕੇ ਉਹਨਾਂ ਦੀ ਸਮੱਤ ਵਿੱਚ ਉਹਨਾਂ ਨੂੰ ਸ੍ਰੇਸ਼ਟ ਮੱਤ ਨਹੀਂ ਪ੍ਰਾਪਤ ਹੋਈ, ਨਾ ਉਹਨਾਂ ਨੂੰ ਆਤਮਾ ਦਾ ਪ੍ਰਕਾਸ਼ ਪ੍ਰਾਪਤ ਹੋਇਆ। ਮਹਾਰਾਜ ਕਹਿੰਦੇ ਬਹੁਤਿਆਂ ਨੇ ਜੁਗਤੀ ਨਹੀਂ ਜਾਣੀ, ਜਿਵੇਂ ਉਸਨੇ ਗਾਂ ਚੋਣ ਦੀ ਜੁਗਤੀ ਨਹੀਂ ਜਾਣੀ। ਦੁੱਧ 'ਚ ਖੀਰ ਬਣਾਉਣੀ ਸੀ, ਉਹ ਪਿਸ਼ਾਬ 'ਚ ਹੀ ਬਣਾਈ ਗਿਆ। ਮੁੜ ਕੇ ਕਹਿੰਦਾ ਕੌੜਾ ਜਿਹਾ ਲੱਗਦਾ। ਉਂਝ ਤਾਂ ਬਹੁਤੇ ਜ਼ਿਆਦਾ ਜਿਹੜੇ ਆ ਉਹ ਇਹਨੂੰ ਹੀ ਪੀ ਪਾ ਲੈਂਦੇ ਆ। ਉਹ ਗਊ ਨੂੰ ਮਾਤਾ ਕਹਿੰਦੇ ਆ ਤੇ ਮਾਤਾ ਕਰਕੇ ਤੇ ਉਹਦਾ ਉਹ ਛਕਾ ਲੈਂਦੇ ਆ, ਪਿਸ਼ਾਬ ਵੀ ਕਈ ਆਪਾਂ ਕਹਿੰਦੇ ਅੱਜ ਕੱਲ੍ਹ ਤੇ ਇਹਦਾ ਪ੍ਰਚਾਰ ਬੜਾ ਹੋ ਰਿਹਾ ਵਾ। ਆ ਕਰੋਨਾ ਸਮੇਂ ਵਿੱਚ ਕਈ ਵਾਰੀ ਢੀਕਾਂ ਦਾ ਆਲਾ ਪੀਂਦੇ ਸੀ ਕਈਆਂ ਪਾਸੇ, ਉਹਨਾਂ ਦੀ ਆਪਣੀ ਕਿਰਿਆ ਵੀ ਇਹ ਹੈ। ਤੋ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਇਹ ਪਵਿੱਤਰ ਹੁੰਦਾ। ਇਹ ਉਹਨਾਂ ਦਾ ਕਹਿਣਾ ਵਾ, ਸਾਡੇ ਵਾਸਤੇ ਨਹੀਂ। ਜਿਹੜੇ ਕਹਿੰਦੇ ਆਪਾਂ ਨੂੰ ਪਤਾ ਹੀ ਆ ਕਹਿੰਦੇ ਆ ਨਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਤੇ ਨਹੀਂ ਕੋਈ ਐਸਾ, ਸਾਨੂੰ ਤਾਂ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਸਾਹਿਬ ਜੀ ਨੇ ਨਾਮ ਬਾਣੀ ਦੇ ਨਾਲ ਲਾਇਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਪਰ ਕਈ ਲੋਕ ਜਿਹੜੇ ਆ ਉਹ ਇਹੀ ਪੀਤੀ ਪਾਤੀ ਜਾਂਦੇ ਤੇ ਉਹ ਇਸੇ ਤਰੀਕੇ ਦੇ ਨਾਲ ਹੀ ਕਰੀ ਗਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੇ ਸਾਡੇ ਕੋਲੇ ਰਹਿਣ ਵਾਲੇ ਆ, ਉਹਨਾਂ ਨੇ ਜੁਗਤੀ ਨਹੀਂ ਜਾਣੀ, ਉਹਨਾਂ ਨੂੰ ਸ੍ਰੇਸ਼ਟ ਮੱਤ ਨਹੀਂ ਪ੍ਰਾਪਤ ਹੋਈ। ਜਿਹੜੇ ਸ਼ਰਧਾ ਤੋਂ ਹੀਣੇ ਆ ਤੇ ਇਸ ਤਰ੍ਹਾਂ ਸਮਝ ਤੋਂ ਬਿਨਾਂ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੋਇਆ। ਬਹੁਤਿਆਂ ਨੇ ਦੁੱਧ ਨਹੀਂ ਪ੍ਰਾਪਤ ਕੀਤਾ ਸਾਡੇ ਕੋਲੋਂ। ਬਹੁਤੇ ਜਿਵੇਂ ਉਹ ਬਾਣੀਏ ਨੇ ਉਹ ਗਾਂ ਦਾ ਪਿਸ਼ਾਬ ਹੀ ਲੈ ਲਿਆ, ਇਸ ਤਰ੍ਹਾਂ ਕਈਆਂ ਨੇ ਕਈ ਤੇ ਪਿਸ਼ਾਬ ਲੈਣ ਦੀ ਤਰ੍ਹਾਂ ਹੀ ਹਨ। ਬਾਅਦ ਵਿੱਚ ਮਹਾਰਾਜ ਕਹਿੰਦੇ ਸਾਡੇ ਤੇ ਦੋਸ਼ ਰੋਕਦੇ ਆ, ਕਹਿੰਦੇ ਇੰਨੇ ਸਾਲ ਗੁਰੂ ਸਾਹਿਬ ਦੇ ਕੋਲੇ ਰਹੇ ਆ, ਕੁਝ ਪ੍ਰਾਪਤ ਨਹੀਂ ਹੋਇਆ। ਮਹਾਰਾਜ ਕਹਿੰਦੇ ਜੁਗਤੀ ਆਈ ਨਹੀਂ,
ਸ਼ਰਧਾ ਰੱਖੀ ਨਹੀਂ, ਭਾਵਨਾ ਰੱਖੀ ਨਹੀਂ, ਇਸ ਤਰ੍ਹਾਂ ਦੀ ਹਾਲਤ ਹੋਈ ਹੈ। ਮਿਲਿਓ ਮਨਕ ਸੋ ਜਨ ਨ ਗਿਆਤਾ। ਜਦੋਂ ਉਸ ਬਾਣੀਏ ਨੂੰ ਕੋਈ ਸਮਝਦਾਰ ਆਦਮੀ ਫਿਰ ਜਾ ਕੇ ਮਿਲਿਆ, ਜਿਹਨੇ ਮੱਝਾਂ ਗਾਵਾਂ ਰੱਖੀਆਂ ਸੀ, ਦੁਖਸ ਕਾਟ ਕੋ ਤਿਲ ਤਬ ਜਾਤਾ। ਉਹਦੇ ਕੋਲ ਜਦੋਂ ਗੱਲ ਹੋਈ ਤੇ ਉਹਨੇ ਦੱਸਿਆ ਵੀ ਇਸ ਤਰ੍ਹਾਂ ਦੁੱਧ ਕੱਢੀਦਾ ਵਾ, ਵੀ ਖੀਰ ਇੰਜ ਥੋੜਾ ਬਣਾਈ ਗਈ ਜਿਵੇਂ ਤੂੰ ਬਣਾਉਣਾ। ਇਹ ਵੱਛਾ ਛੱਡ ਕੇ, ਨਿਆਣਾ ਪਾ ਕੇ, ਜੂੜ ਪਾ ਕੇ, ਤੇ ਇਹ ਫਿਰ ਇਹਦੇ ਆਸਣ ਧੋ ਕਰਕੇ ਤੇ ਫਿਰ ਭਾਂਡੇ 'ਚ ਦੁੱਧ ਚੋਈਦਾ। ਕੁਝ ਫਲ ਨੂੰ ਝਿਗਾ ਕੇ ਤੇ ਬਾਕੀ ਦਾ ਕਿਉਂ ਚੋਲਾ, ਤੇ ਇਹ ਦੁੱਧ ਦੇ ਵਿੱਚ ਖੀਰ ਬਣਾਈ ਦੀ ਹੈ, ਤੈਨੂੰ ਤਾਂ ਪਤਾ ਹੀ ਨਹੀਂ ਲੱਗਾ। ਉਹ ਫਿਰ ਸਿਆਣੇ ਨੇ ਫਿਰ ਉਸ ਨੂੰ, ਸਮਝਦਾਰ ਆਦਮੀ ਨੇ ਦੱਸਿਆ ਦੁੱਧ ਚੋਣ ਦੀ ਵਿਧੀ। ਜਾਂ ਤੇ ਕਿਨ ਕਿਨ ਸ਼ੁਭ ਮਤ ਧਾਰੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਕਿਸੇ ਕਿਸੇ ਨੇ ਗੁਰੂ ਘਰ ਵਿੱਚ ਰਹਿਣ ਵਾਲੇ ਨੇ ਸ੍ਰੇਸ਼ਟ ਮਤ ਧਾਰਨ ਕੀਤੀ ਹੈ ਵੀ ਗੁਰੂ ਸਾਹਿਬ ਦੇ ਪਾਸੋਂ ਫਲ ਕਿਵੇਂ ਪ੍ਰਾਪਤ ਕਰਨਾ। ਗੁਰੂ ਸਾਹਿਬ ਜੀ ਦੀ ਸਿੱਖਿਆ ਵਿੱਚ ਚੱਲ ਕੇ, ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਚੱਲ ਕੇ, ਗੁਰੂ ਸਾਹਿਬ ਜੀ ਦੇ ਅਦਬ ਵਿੱਚ ਚੱਲ ਕੇ, ਗੁਰੂ ਸਾਹਿਬ ਜੀ ਦੇ ਡਰ ਵਿੱਚ ਰਹਿ ਕੇ ਕਿਸੇ ਕਿਸੇ ਨੇ ਸ੍ਰੇਸ਼ਟ ਮਤ ਧਾਰਨ ਕੀਤੀ ਹੈ। ਨਤ ਸਭ ਰਹੇ ਉਤਰ ਅਧਿਕਾਰੀ। ਇਸ ਕਰਕੇ ਮਹਾਰਾਜ ਕਹਿੰਦੇ ਨਹੀਂ ਤਾਂ ਇਸ ਤਰ੍ਹਾਂ ਜਿਵੇਂ ਉਹ ਬਾਣੀਆਂ ਗਾਂ ਦਾ ਪਿਸ਼ਾਬ ਹੀ ਲਈ ਗਿਆ ਸੀ ਨਾ, ਇਸ ਤਰ੍ਹਾਂ ਬਹੁਤੇ ਮਹਾਰਾਜ ਕਹਿੰਦੇ ਗੁਰੂ ਘਰ ਵਿੱਚ ਰਹਿਣ ਵਾਲੇ ਵੀ ਦੁੱਧ ਨੂੰ ਛੱਡ ਕੇ ਮੂਤਰ ਦੇ ਹੀ ਅਧਿਕਾਰੀ ਆ, ਪਿਸ਼ਾਬ ਦੇ ਅਧਿਕਾਰੀ ਆ। ਵੀ ਇੱਥੇ ਆ ਕੇ ਵੀ ਉਹ ਕੁਕਰਮ ਕਰੀ ਜਾਂਦੇ ਜਿਹੜੇ ਬਾਹਰ ਵੀ ਨਹੀਂ ਕਰਨੇ ਚਾਹੀਦੇ, ਸੰਸਾਰ ਦੇ ਵਿੱਚ ਵਿਚਰਦਿਆਂ ਵੀ ਉਹ ਆ ਕਰਕੇ ਗੁਰੂ ਘਰ ਵਿੱਚ ਵੀ ਉਸ ਤਰ੍ਹਾਂ ਦੇ ਕਰਮ ਕਰ ਜਾਂਦੇ ਹਨ, ਕੁਕਰਮ, ਖੋਟੇ ਕੁਕਰਮ। ਇਸ ਕਰਕੇ ਉਹ ਪਿਸ਼ਾਬ ਦੇ ਅਧਿਕਾਰੀ ਹੋਏ ਪਏ ਹਨ। ਸੁਣ ਕੈ ਦਿਜ ਆਨੰਦ ਗੁਰ ਧਾਰਿਓ। ਇਹ ਬਚਨ ਕਲਗੀਧਰ ਪਾਤਸ਼ਾਹ ਜੀ ਦਾ ਸੁਣ ਕਰਕੇ ਇਹ ਬ੍ਰਾਹਮਣ ਨੇ ਫਿਰ ਹਿਰਦੇ ਵਿੱਚ ਬੜਾ ਆਨੰਦ ਧਾਰਨ ਕੀਤਾ। ਧੰਨ ਧੰਨ ਸਤਿਗੁਰ ਉਚਾਰਿਓ। ਆਖਿਆ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਜੀ ਆਪ ਜੀ ਮਹਾਨ ਕਿਰਪਾ ਕਰਨ ਹਾਰੇ ਹੋ। ਸਤਿ ਸ਼੍ਰੀ ਗਿਆਨ ਪਾਏ ਕਰ ਗਇਓ। ਦੋ ਘੜੀਆਂ ਵਿੱਚ ਹੀ ਗਿਆਨ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹੀ ਦੇ ਪਾਸੋਂ ਉਸੇ ਵੇਲੇ ਗਿਆਨ ਹਾਸਲ ਕਰਕੇ ਆਪਣੇ ਘਰ ਨੂੰ ਚਲੇ ਗਿਆ। ਗੁਰ ਜਸ ਜਹ ਕਹਿ ਵਰਣਨ ਫਿਰ ਭਇਓ। ਜਿੱਥੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਜਾਸੀ ਇਹਨੇ ਕੀਤਾ ਸਾਰੀ ਜ਼ਿੰਦਗੀ। ਫਿਰ ਜਿਹੜੇ ਇਹਦੇ ਕੋਲੇ ਆਉਂਦੇ ਨਾ, ਕੋਈ ਪੱਤਰੀ ਖਿਲਾਉਣ ਵਾਲਾ, ਕੋਈ ਟੇਵਾ ਲਵਾਉਣ ਵਾਲਾ, ਕੋਈ ਸ਼ਨੀ ਗ੍ਰਹਿ ਪੁੱਛਣ ਵਾਲਾ, ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਛੱਡ ਦਿਓ ਇਹ ਕੰਮ, ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਧਾਰਨ ਕਰੋ ਤੇ ਨਾਮ ਜਪੋ, ਸਾਬਤ ਸੂਰਤ ਹੋਵੋ। ਕਹਿੰਦਾ ਮੇਰੀ ਸਾਰੀ ਜ਼ਿੰਦਗੀ ਲੰਘ ਗਈ ਆ ਕੁਝ ਕਰਦਿਆਂ, ਤੇ ਹੁਣ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਤੇ ਮਹਾਰਾਜ ਸਾਹਿਬ ਨੇ ਮੈਨੂੰ ਆਤਮ ਗਿਆਨ ਬਖਸ਼ਿਆ, ਨਿਹਾਲ ਕਰ ਦਿੱਤਾ, ਤੇ ਮੈਂ ਤੁਹਾਨੂੰ ਵੀ ਕਹਿੰਦਾ ਜੇ ਇਹਨਾਂ ਕਰਮਾਂ 'ਚ ਕੁਝ ਨਹੀਂ ਰੱਖਿਆ, ਵਹਿਮਾਂ ਭਰਮਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਲੜ ਲੱਗ ਜਾਓ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਿੱਖੀ ਧਾਰਨ ਕਰੋ। ਕਿਉਂਕਿ ਸਤਿਗੁਰੂ ਜੀ ਨੇ ਇਸ ਤਰ੍ਹਾਂ ਵਾਲਿਆਂ ਨੂੰ ਸਮਝਾਇਆ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੱਡੇ ਵੱਡੇ ਪੀਰਾਂ ਨੂੰ, ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਵਿਦਵਾਨਾਂ ਨੂੰ, ਉਹਨਾਂ ਨੇ ਫਿਰ ਆਪਣੇ ਆਪ ਅੱਗੇ ਸਿੱਖੀ ਦਾ ਪ੍ਰਚਾਰ ਕੀਤਾ। ਹੁਣ ਉਸ ਇਲਾਕੇ ਵਿੱਚ ਮੰਨਿਆ ਪ੍ਰਮੰਨਿਆ ਜੋਤਸ਼ੀ ਸੀ ਨੌਹਰ ਨਗਰ ਦੇ ਵਿੱਚ। ਜਦੋਂ ਉਹਨੂੰ ਮਹਾਰਾਜ ਨੇ ਗਿਆਨ ਬਖਸ਼ ਦਿੱਤਾ ਤੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਉਹ ਅੱਗੇ ਆਪ ਹੀ ਕਰਨ ਲੱਗਾ। ਜਿੱਥੇ ਕਿੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਜਸ ਨੇ ਵਰਣਨ ਕੀਤਾ। ਦੋਹਰਾ ਸ੍ਰੀ ਸਤਿਗੁਰ ਪੂਰਨ ਮੁਖ ਹਾਂਜੀ, ਦੇ ਦਿਲ ਬੋਲੀ ਨਾਲ। ਜਿੱਥੇ ਮਹਾਰਾਜ ਨੇ ਗਿਆਨ ਬਖਸ਼ਿਆ ਨਾ, ਸ੍ਰੀ ਸਤਿਗੁਰੂ ਪੂਰਨ ਪੁਰਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ, ਪਰਮੇਸ਼ਰ ਦਾ ਪ੍ਰਤੱਖ ਸਰੂਪ ਸਤਿਗੁਰੂ ਜੀ, ਉੱਥੇ ਇਸ ਬ੍ਰਾਹਮਣ ਨੂੰ ਸੋਨੇ ਦੀਆਂ ਮੋਹਰਾਂ ਵੀ ਦਿੱਤੀਆਂ ਸਤਿਗੁਰੂ ਜੀ ਨੇ। ਗੁਰਮਤ ਦੇ ਦੁਖ ਸਦ ਕਰਿਓ। ਤੇ ਗੁਰਮਤ ਦੇ ਕਰਕੇ ਆਪਣੇ ਘਰ ਦੀ ਆਪਣੀ ਮੱਤ ਦੇ ਕੇ, ਆਪਣੀ ਸਿੱਖਿਆ ਦੇ ਕੇ ਵਿਦਾਇਗੀ ਦਿੱਤੀ। ਗਮ ਦਿਓ ਨਗਰ ਬਜਾਰ। ਤੇ ਆਪਣੇ ਨਗਰ ਵਿੱਚ ਗਿਆ, ਆਪਣੇ ਘਰ ਵਿੱਚ ਪੰਡਤ ਚੌਪਈ ਦਿਨ ਕੋ ਤ੍ਰਿਤੀ ਜਾਮ ਜਪ ਹੋਇਓ। ਗਰੀਬ ਨਵਾਜ ਸਾਹਿਬ ਜੀ ਉੱਥੇ ਆਪਣੇ ਸਥਾਨ ਤੇ ਸੋਭਨੀਕ ਹਨ, ਤੇ ਦਿਨ ਦਾ ਜਦੋਂ ਤੀਜਾ ਪਹਿਰ ਹੋਇਆ ਹੈ, ਮਾਤ੍ਰਿਕ ਸਮੇਂ ਭਇਓ ਜਪ ਜੋਇਓ। ਤੇ ਜਿਸ ਵੇਲੇ ਜਲ ਪਾਣੀ ਧਿਆਨ ਕਰਨ ਦਾ ਸਮਾਂ ਹੋਇਆ ਹੈ, ਬਦਾਮ ਪਾਏ ਸਰਦਾਈ ਸਭ ਲੀਨ। ਤੇ ਫਿਰ ਬਦਾਮ ਪਾ ਕੇ, ਗਿਰੀਆਂ ਪਾ ਕਰਕੇ ਤੇ ਰਗੜ ਕਰਕੇ ਸਿੰਘਾਂ ਨੇ ਫਿਰ ਸ਼ਰਦਾਈ ਤਿਆਰ ਕੀਤੀ ਹੈ। ਗਰਮੀ ਦੇ ਵਿੱਚ
ਤਾਂ ਉਸ ਵੇਲੇ ਫਿਰ ਸ਼ਰਦਾਈ ਤਿਆਰ ਕਰਕੇ ਛਕ ਲੈਣਾ ਕੀਤੀ ਹੈ। ਸਾਰੇ ਸਿੰਘਾਂ ਨੇ ਵੀ ਸਤਿਗੁਰੂ ਜੀ ਨੂੰ ਪਹਿਲਾਂ ਛਕਾਈ ਹੈ। ਸੋਚ ਇਸ਼ਨਾਨ ਭਲੇ ਤਪਕੀਨ। ਇਸ ਪ੍ਰਕਾਰ ਇਹ ਤੀਜੇ ਪਹਿਰ ਸ਼ਾਮ ਦੇ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਸਰੀਰਕ ਕਿਰਿਆ ਕੀਤੀ ਹੈ, ਇਸ਼ਨਾਨ ਭਲੀ ਪ੍ਰਕਾਰ ਕੀਤਾ ਹੈ। ਕੇਸ ਸੁਧਾਰ ਜੂੜ ਕੋ ਕਰਿਓ। ਫਿਰ ਮਹਾਰਾਜ ਸਾਹਿਬ ਜੀ ਨੇ ਕੇਸਾਂ ਦੇ ਵਿੱਚ ਕੰਘਾ ਕੀਤਾ। ਸਤਿਗੁਰੂ ਜੀ ਦੇ ਬੜੇ ਲੰਮੇ ਲੰਮੇ ਕੇਸ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਜਦੋਂ ਕੇਸ ਕੇ ਦੇ ਪਿੱਛੇ ਨੂੰ ਮਹਾਰਾਜ ਸਾਹਿਬ ਜੀ ਕਰਿਆ ਕਰਦੇ ਨਾ ਕੇਸੀ ਇਸ਼ਨਾਨ ਕਰਕੇ, ਜਦੋਂ ਅੱਜ ਦੇ ਪੀਰ ਬੜੇ ਸੀ ਮਹਾਰਾਜ ਸਾਹਿਬ ਜੀ ਪਲੰਗੇ ਦੇ ਪਿੱਛੇ ਪਲੰਗੇ ਦੇ ਨਾਲ ਲੱਗਦੇ ਸੀ ਮਹਾਰਾਜ ਦੇ ਕੇਸ, ਖੁੱਲੇ ਛੱਡੇ ਸੀ ਜਦੋਂ। ਤਾਂ ਇਸ ਤਰ੍ਹਾਂ ਲੰਮੇ ਲੰਮੇ ਕੇਸ ਕਲਗੀਧਰ ਪਾਤਸ਼ਾਹ ਜੀ ਦੇ। ਤਾਂ ਮਹਾਰਾਜ ਸਾਹਿਬ ਜੀ ਨੇ ਕੇਸਾਂ ਵਿੱਚ ਕੰਘਾ ਕਰਕੇ, ਕੇਸਾਂ ਨੂੰ ਸੁਧਾਰ ਕੇ, ਸਾਫ਼ ਕਰਕੇ ਤੇ ਫਿਰ ਜੂੜਾ ਕੀਤਾ ਹੈ। ਮਹਾਰਾਜ ਸਾਹਿਬ ਕੇਸ ਕੀ ਕਰਿਆ ਕਰਦੇ ਨਾਲ, ਕੇਸਾਂ ਦੇ ਨਾਲ ਜਿਵੇਂ 2.5 ਮੀਟਰ ਦਾ ਜਿਹੜਾ ਬਸਤਰ ਹੈ ਉਸ ਨੂੰ ਨਾਲ ਕੇਸਾਂ ਦੇ ਨਾਲ ਹੀ ਵੱਟ ਚਾੜ ਕਰਕੇ ਜਿਵੇਂ ਜੂੜਾ ਕੀਤਾ ਜਾਂਦਾ ਉਹਨੂੰ ਨਾਲ ਕੇਸ ਕੀ ਕਿਹਾ ਜਾਂਦਾ। ਥੱਲੇ ਕੇਸਾਂ ਜੂੜਾ ਚੰਗੀ ਤਰ੍ਹਾਂ ਹੋ ਜਾਂਦਾ, ਫਿਰ ਖੁੱਲਦਾ ਵੀ ਨਹੀਂ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਜੂੜਾ ਕਰਨਾ ਕੀਤਾ ਹੈ। ਸੁੰਦਰ ਸ਼ਮਸ ਸੁਗੰਧਾ ਭਿਜਿਓ। ਤੇ ਫਿਰ ਮਹਾਰਾਜ ਸਾਹਿਬ ਜੀ ਦੇ ਸੋਹਣਾ ਦਾੜਾ ਹੈ ਗਰੀਬ ਨਵਾਜ ਸਾਹਿਬ ਜੀ, ਸੁੰਦਰ ਸ਼ਮਸ਼। ਮਹਾਰਾਜ ਨੇ ਫਿਰ ਆਪਣੇ ਨਸ਼ਹਿਰਿਆਂ ਤੇ ਦਾੜੇ ਦੇ ਵਿੱਚ ਵੀ ਕੰਘਾ ਫੇਰਿਆ ਹੈ। ਤੇਜ ਬੰਦੇਜ ਅਨੂਠੇ ਪੱਗ ਹੈ। ਤੇ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਜੂੜਾ ਕਰਨ ਤੋਂ ਬਾਅਦ, ਕੇਸ ਕੀ ਕਰਨ ਤੋਂ ਬਾਅਦ ਤੇ ਦਸਤਾਰ ਸਜਾਈ ਹੈ। ਤੇ ਪੇਜ ਬੰਦੇ, ਇੱਕ ਇੱਕ ਪੇਜ ਕਰਕੇ ਮਹਾਰਾਜ ਨੇ ਦਸਤਾਰ ਬੰਨੀ, ਦਮਾਲਾ ਸਜਾਇਆ, ਦਸਤਾਰਾ ਸਜਾਇਆ। ਅਨੂਠੇ ਪੱਗ ਹੈ, ਦਸਤਾਰ ਦੇ ਅਨੂਠੇ ਹੀ ਪੇਜ ਬਣਾਏ ਮਹਾਰਾਜ ਨੇ, ਬਹੁਤੇ ਪੇਜ ਬਣਾ ਬਣਾ ਕੇ ਦਸਤਾਰ ਬੰਨੀ ਹੈ। ਜੀਵਨ ਜੋਤ ਜਵਾਹਰ ਜਾਗੈ। ਤੇ ਫਿਰ ਗਰੀਬ ਨਵਾਜ ਸਾਹਿਬ ਜੀ ਨੇ ਉੱਤੇ ਕਲਗੀ ਸਜਾਈ ਆ, ਦਮਾਲੇ ਦੇ ਉੱਤੇ, ਦਸਤਾਰ ਦੇ ਉੱਤੇ ਕਲਗੀ ਸਜਾਉਣਾ ਕੀਤੀ ਆ। ਜਿਸ ਕਲਗੀ ਦੇ ਵਿੱਚ, ਜਿਗਾ ਦੇ ਵਿੱਚ ਲੱਗੀ ਹੋਈ ਕਲਗੀ, ਉਹਦੇ ਵਿੱਚ ਜੇਵਰ ਜਿਹੜੇ ਮੋਤੀ ਲੱਗੇ ਹੋਏ, ਜਵਾਹਰ ਆਦਿਕ ਲੱਗੇ, ਉਹਨਾਂ ਦੀ ਜੋਤ ਜਿਹੜੀ ਉਹ ਜਗ ਰਹੀ ਹੈ। ਸਤਿਗੁਰੂ ਜੀ ਨੇ ਫਿਰ ਚੋਲਾ ਪਹਿਨਿਆ ਸਾਧ ਸੰਗਤ, ਜਿਹੜਾ ਬਹੁਤ ਬਰੀਕ ਸੂਖਮ ਕਹੀਏ ਬਰੀਕ ਬਸਤਰ ਦਾ ਬਣਿਆ ਹੋਇਆ ਸਤਿਗੁਰੂ ਜੀ ਦਾ ਚੋਲਾ ਹੈ, ਉਹ ਜਾਮਾ ਹੈ, ਉਹ ਮਹਾਰਾਜ ਨੇ ਆਪਣੇ ਗਲ ਪਹਿਨਣਾ ਕੀਤਾ। ਜਿਸ ਮੈਂ ਸਭ ਸਰੀਰ ਝਲਕਾਇਓ। ਜਿਸ ਪਤਲੇ ਜੇ ਚੋਲੇ ਦੇ ਵਿੱਚ ਸਤਿਗੁਰੂ ਜੀ ਦਾ ਸੋਹਣਾ ਸੁੰਦਰ ਸਰੀਰ ਝਲਕਾਰੇ ਮਾਰਦਾ, ਝਲਕਾਂ ਪੈਂਦੀਆਂ ਮਹਾਰਾਜ ਸਾਹਿਬ ਜੀ ਦੇ ਸਰੀਰ ਦੀਆਂ, ਭਾਵ ਉਹ ਪਤਲੇ ਜੇ ਬਸਤਰ ਦੇ ਵਿੱਚ ਵੀ ਸਤਿਗੁਰੂ ਜੀ ਦਾ ਸੁੰਦਰ ਸਰੀਰ ਦਿਸਦਾ ਹੈ। ਖੜਗ ਬਿਲੰਦ ਕਰੇ ਮੈਂ ਧਾਰਾ। ਤੇ ਵੱਡੀ ਮਹਾਰਾਜ ਸਾਹਿਬ ਜੀ ਨੇ ਸ੍ਰੀ ਸਾਹਿਬ ਖੜਗ ਆਪਣੇ ਗਾਤਰੇ ਪਹਿਨ ਲਈ ਹੈ। ਧਾਰਾ ਹਰ ਲਗਨੀ ਨ ਸੁਧਾਰਾ। ਜਿਸ ਦੀ ਧਾਰਾ ਬੜੀ ਖਰ ਤਿੱਖੀ ਆ, ਉਸ ਖੜਗ ਦੀ, ਸ੍ਰੀ ਸਾਹਿਬ ਦੀ ਧਾਰ ਬੜੀ ਲਵਾਈ ਹੋਈ ਹੈ, ਤਿੱਖੀ ਧਾਰ ਵਾ। ਤੇ ਉਹਦੇ ਮੁੱਠੇ ਦੇ ਉੱਤੇ ਹੇਮ ਕਹੀਏ ਸੋਨਾ ਲੱਗਾ ਹੋਇਆ ਹੈ, ਸੋਨੇ ਦੀ ਮੁੱਠ ਹੈ। ਭਰਿਓ ਖਤੰਗਨ ਸੰਗ ਨਿਖੰਗ। ਤੇ ਮਹਾਰਾਜ ਸਾਹਿਬ ਜੀ ਨੇ ਨਿਖੰਗ ਭੱਥਾ ਜੋ ਹੈ ਉਹ ਖਤੰਗਣ ਕਹੀਏ ਤੀਰਾਂ ਦੇ ਨਾਲ ਭਰ ਲਿਆ ਹੈ। ਘਟ ਸੋ ਕਸਿਓ ਸੁਲਾਏ ਖਜੰਗ। ਗਰੀਬ ਨਵਾਜ ਨੇ ਮੋਢੇ ਤੇ ਪਾ ਕੇ ਲੱਤ ਦੇ ਨਾਲ ਭੱਥਾ ਕੱਸ ਲਿਆ, ਤੀਰਾਂ ਦਾ ਭਰਿਆ ਹੋਇਆ। ਤੇ ਲਾਇਕ ਹੋ ਗਏ, ਯੋਗ ਹੋ ਗਏ ਜੰਗ ਕਰਨ ਦੇ, ਕਿਉਂਕਿ ਸੂਰਮਾ ਜੰਗ ਕਰਨ ਦੇ ਯੋਗ ਉਦੋਂ ਹੀ ਹੁੰਦਾ ਜਦੋਂ ਪੂਰਾ ਸਨੱਧਬੱਧ ਹੋ ਜਾਂਦਾ, ਜਦੋਂ ਸ਼ਸਤਰਧਾਰੀ ਹੋ ਜਾਂਦਾ, ਸਾਰੇ ਸ਼ਸਤਰ ਉਹਦੇ ਪਾਸ ਹੁੰਦੇ ਆ। ਇਸ ਕਰਕੇ ਮਹਾਰਾਜ ਸਾਹਿਬ ਜੀ ਉਸ ਮੌਕੇ ਤੇ ਤਿਆਰ ਪਰ ਤਿਆਰ ਹੋ ਗਏ, ਸਾਰੇ ਸ਼ਸਤਰ ਬਸਤਰ ਪਹਿਨ ਲਏ। ਗਰੀਬ ਨਵਾਜ ਸਾਹਿਬ ਜੀ ਨੇ ਕਰੜਾ ਜਿਹਾ ਜਿਹੜਾ ਧਨਕ ਹੈ ਨਾ, ਕਮਾਨ ਹੈ, ਜਿਸ ਦੀ ਤੰਦੀ ਕੋਈ ਹਾਰੀ ਸਾਰੀ ਨਹੀਂ ਸੀ ਚਾੜ ਸਕਦਾ ਕਲਗੀਧਰ ਪਾਤਸ਼ਾਹ ਜੀ ਤੋਂ ਬਿਨਾਂ, ਉਹ ਕਰੜਾ ਉਹਦੇ ਤੰਦੀ ਚਾੜਨੀ ਔਖੀ ਹੁੰਦੀ ਸੀ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਨੂੰ ਖਿੱਚਿਆ ਕਰਦੇ ਸੀ। ਉਹ ਕਠੋਰ ਜਿਹੜਾ ਧਨਕ ਹੈ ਉਹ ਹੱਥ ਵਿੱਚ ਫੜ ਲਿਆ ਹੈ। ਮਹਾਰਾਜ ਦਾ ਘੋੜਾ ਵੀ ਤਿਆਰ ਖਲੋਤਾ ਹੈ, ਕਾਠੀ ਉਹਦੇ ਉੱਤੇ ਕੱਸੀ ਹੋਈ ਹੈ। ਤੇ ਆਪਣੇ ਤਿਆਰ ਘੋੜੇ ਨੂੰ ਸਤਿਗੁਰੂ ਜੀ ਨੇ ਆਗਿਆ ਦੇ ਕੇ ਸਿੰਘਾਂ ਨੂੰ
ਤੇ ਆਪਣੇ ਪਾਸ ਬੁਲਾ ਲਿਆ। ਸਿੰਘ ਮਹਾਰਾਜ ਦਾ ਰਾਖੀ ਲੈ ਕੇ ਆ ਗਏ। ਗੁਰੂ ਸਾਹਿਬ ਜੀ ਫਿਰ ਆਪਣੇ ਘੋੜੇ ਤੇ ਸਵਾਰ ਹੋਏ ਆ ਤੇ ਸਿੰਘਾਂ ਨੂੰ ਨਾਲ ਲੈ ਕਰਕੇ ਹੁਣ ਇਹ ਜੋ ਨਗਰ ਹੈ ਨਾ, ਗਰੀਬ ਨਵਾਜ਼ ਸਾਹਿਬ ਜੀ ਇਸ ਨਗਰ ਨੂੰ ਵੇਖਣ ਵਾਸਤੇ ਚੱਲੇ। ਨੌਹਰ ਨਾਮੀ ਨਗਰ, ਇਹ ਨੌਹਰ ਨਗਰ ਨੂੰ, ਇਹ ਸ਼ਹਿਰ ਨੂੰ ਵੇਖਣ ਵਾਸਤੇ ਸਤਿਗੁਰੂ ਜੀ ਜਾ ਰਹੇ ਆ। ਕਿਵੇਂ ਵੇਖਣਗੇ ਉਹ ਸਾਧ ਸੰਗਤ ਜੀ ਅਗਲੇ ਕੱਲ੍ਹ ਦੇ ਪ੍ਰਸੰਗ ਵਿੱਚ ਆਵੇਗਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਵਿਚਾਰ ਸਾਂਝੇ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿੰਘ ਦੇ। ਵਾਹਿਗੁਰੂ 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 ਗੁਰੂ ਗੁਰੂ ਗੁਰ ਘਰ ਮਨ ਮੋਰ, ਗੁਰੂ ਗੁਰੂ ਗੁਰ ਘਰ ਮਨ ਮੋਰ, ਗੁਰੂ ਗੁਰ ਘਰ ਮਨ ਮੋਰ, ਗੁਰੂ ਗੁਰ ਘਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ। ਜਾ ਕੀ ਕੋਇ ਨਾ ਮਿਟੈ ਦਾਤ, ਜਾ ਕੀ ਕੋਇ ਨਾ ਮਿਟੈ ਦਾਤ, ਜਾ ਕੀ ਕੋਇ ਨਾ ਮਿਟੈ ਦਾਤ, ਜਾ ਕੀ ਕੋਇ ਨਾ ਮਿਟੈ ਦਾਤ। ਵਾਹਿਗੁਰੂ 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 ਵਾਹਿਗੁਰੂ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਭਗਮ ਪੂਰਨ ਮੋਹਿ ਮਇਆ ਤਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।